ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Good afternoon all the students. First of all, I wish all of you a very very happy Guru Nanak Dev Ji's Gurpurab, and I request Mehakpreet Kaur to start Jap Seva. ਹਾਂਜੀ ਬੇਟਾ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ. Mehakpreet, where were you for so many days? ਮੈਮ ਸਾਡਾ ਨਾ ਟਾਈਮ ਨਹੀਂ ਸੈੱਟ ਹੋ ਰਿਹਾ ਕਿਉਂਕਿ ਸਾਡੇ 3 to 6 ਕਲਾਸ ਹੁੰਦੀ ਹੈ। Okay ਬੱਚੇ. So I think we should wait for 5 minutes more to let the other students join. Till then, if you have any questions, you can ask me, please. Bache, if you have any questions, you can ask me. Because only 11 students. Hanji, Avneet Kaur. Ma'am, good afternoon. Good afternoon, bache. Ma'am, what is the meaning of Beta, repeat. exhaust? Exhaust. It's exhaust. ठीक है. Exhaust ਦਾ ਮਤਲਬ ਹੁੰਦਾ ਹੈ ਥੱਕ ਜਾਣਾ. Exhaust ਜਿਵੇਂ ਅਸੀਂ ਕਿਹਾ Okay, ma'am. I am exhausted, ਹੈ ਨਾ. ਜਿਵੇਂ ਆਪਾਂ ਕਹਿੰਦੇ ਨਾ ਬਿਲਕੁਲ ਨਿਚੜ ਗਏ ਹੁੰਦੇ ਹੋ ਤੁਸੀਂ, ਇੰਨੇ ਥੱਕ ਗਏ ਹੁੰਦੇ, ਕਹਿੰਦੇ ਨਹੀਂ ਅਸੀਂ ਕਿ ਬਿਲਕੁਲ ਖਤਮ ਹੋ ਗਏ, ਖਾਲੀ ਹੋ ਗਏ, ਇੰਨੇ ਥੱਕ ਗਏ ਅਸੀਂ, ਉੱਥੇ ਅਸੀਂ exhausted use ਕਰਦੇ ਹਾਂ। ਇੱਕ ਇਸ ਤਰ੍ਹਾਂ ਵੀ ਹੁੰਦਾ ਹੈ ਜਿਵੇਂ ਮੰਨ ਲਓ ਸਾਡੇ ਕੁਝ ਏਦਾਂ ਦੇ ਰਿਸੋਰਸਿਸ ਹੈ ਜਿਹੜੇ ਕਿ ਖਤਮ ਹੋ ਰਹੇ, ਜਿਵੇਂ ਅਸੀਂ ਧਰਤੀ ਦੇ ਵਿੱਚੋਂ ਆਪਾਂ ਕਹਿੰਦੇ ਆ ਕਿ ਕੋਲ ਹੈ, ਆਪਾਂ ਜਿੰਨਾ ਕੋਲ ਨਿਕਾਲ ਰਹੇ ਹਾਂ ਤੇ ਉਹ ਜਿਹੜੇ ਰਿਸੋਰਸਿਸ ਆ ਉਹ ਕੀ ਹੋ ਰਹੇ ਆ, ਐਗਜ਼ੌਸਟ ਹੋ ਰਹੇ ਆ। ਸਮਝੋ? ਆਰ ਯੂ ਗੈਟਿੰਗ ਮੀ ਅਵਨੀਤ? Okay, ma'am. ਹਾਂ, Yes, ਐਗਜ਼ੌਸਟ ਹੋਣਾ ਅਸੀਂ ਉਹਨੂੰ ਵੀ ਕਹਿ ma'am. ਦਿੰਦੇ Yes. ਹਾਂ। ਵੀ ਕਿਸੇ ਚੀਜ਼ ਨੂੰ ਖਾਲੀ ਕਰ ਦੇਣਾ Thank you, ma'am. ਤਾਂ ਵੀ ਐਗਜ਼ੌਸਟਡ ਕਹਿੰਦੇ ਆ, ਔਰ ਜਦੋਂ ਅਸੀਂ ਬਹੁਤ ਥੱਕ ਵੀ ਜਾਂਦੇ ਆ, ਡਰੇਨ ਹੋ ਜਾਂਦੇ ਆ, ਨਿਚੜ ਜਾਂਦੇ ਆ, ਉਦੋਂ ਵੀ ਅਸੀਂ ਕਹਿ ਸਕਦੇ ਹਾਂ ਐਗਜ਼ੌਸਟ ਹੋ ਗਏ। ਠੀਕ ਹੈ? ਹਾਂਜੀ। Any other questions? Okay ਬੱਚੇ ਜਿਨ੍ਹਾਂ ਨੇ ਹੁਣ join ਕੀਤਾ ਹੈ, please ਜੇ ਤੁਹਾਡਾ ਕੋਈ ਸਵਾਲ ਹੈ ਪੁੱਛ ਲਓ, because only 12 students are there with us till now, 12 including me. So we'll do some antonyms again. First is alone and the antonym is together. Alone, together. Alone means kalle, together means ikatthe. Alone means ikalle. For example, eagles fly alone, but sheep flock together. Eagles है वो कल्ले कल्ले ही उड़ते हैं, but sheep है वो इकट्ठे flock करते हैं. Flock ਦਾ ਇੱਥੇ ਮਤਲਬ ਹੈ ਵੀ ਝੁੰਡ ਵਿੱਚ ਹੋਣਾ, ਹੈ ਨਾ. ਤਾਂ ਜਿਹੜੇ sheep ਹੈ ਉਹ ਇਕੱਠੇ flock ਕਰਦੇ ਹੈ, ਉਹ ਆਪਣਾ ਝੁੰਡ ਬਣਾ ਲੈਂਦੇ ਹੈ. And ਜਿਹੜੇ eagles ਹੈ they fly alone, ਉਹ ਕੱਲੇ fly ਕਰਦੇ ਹੈ. So alone means ਕੱਲੇ and together means ਇਕੱਠੇ. Next is always and never. Always ਦਾ meaning ਹੁੰਦਾ ਹੈ ਹਮੇਸ਼ਾ. Once a liar, always a liar. ਇੱਕ ਵਾਰ ਦਾ ਝੂਠਾ, ਹਮੇਸ਼ਾ ਦਾ ਝੂਠਾ. ਜਿਵੇਂ ਤੁਸੀਂ ਇਹ moral of the story ਸੀ ਜਿਹੜੀ ਤੁਸੀਂ ਸਟੋਰੀ ਪੜ੍ਹੀ ਹੋਣੀ ਹੈ, ਸ਼ੈਫਰਡ ਵਾਲੀ. ਸ਼ੈਫਰਡ ਹੁੰਦਾ ਹੈ
ਜਿਹੜਾ ਕਿ ਭੇਡਾਂ ਚਰਾਉਂਦਾ ਹੁੰਦਾ ਹੈ ਤੇ ਉਹ ਕਹਿੰਦਾ ਸ਼ੇਰ ਆਇਆ ਹੈ ਨਾ, ਔਰ ਪਿੰਡ ਵਾਲੇ ਇਕੱਠੇ ਹੋ ਜਾਂਦੇ ਆ। ਜਦੋਂ ਦੂਸਰੀ ਵਾਰ ਉਹ ਕਹਿੰਦਾ ਸ਼ੇਰ ਹੈ, ਸੱਚੀ ਮੁੱਚੀ ਜਦੋਂ ਸ਼ੇਰ ਆ ਜਾਂਦਾ ਹੈ, ਸੋ nobody relies upon him ਕਿ ਉਹ ਲਾਇਰ ਹੈ। ਤਾਂ ਆਪਾਂ ਕੀ ਕਹਿੰਦੇ ਆ, once a liar always a liar, ਇੱਕ ਵਾਰ ਦਾ ਝੂਠਾ ਹਮੇਸ਼ਾ ਦਾ ਝੂਠਾ। always means ਹਮੇਸ਼ਾ, and never means ਕਦੇ ਵੀ ਨਹੀਂ। ਜਿਵੇਂ ਅਸੀਂ ਕਹਿੰਦੇ ਆ never tell a lie, ਕਦੇ ਵੀ ਝੂਠ ਨਾ ਬੋਲੋ। always speak the truth, ਹਮੇਸ਼ਾ ਸੱਚ ਬੋਲੋ। so neverly it's never too late to mend, sorry ਮੈਂ ਇੱਥੇ to ਆਣਾ ਸੀਗਾ। it's never too late to mend, ਇਹਦਾ ਮੀਨਿੰਗ ਹੁੰਦਾ ਹੈ, ਜਿਵੇਂ ਅਸੀਂ ਕਹਿੰਦੇ ਆ ਨਾ ਮੈਂਡ ਹੁੰਦਾ ਹੈ ਕਿਸੇ ਚੀਜ਼ ਨੂੰ ਰਿਪੇਅਰ ਕਰਨਾ, ਕਿ ਇੰਨੀ ਦੇਰ ਕਦੇ ਵੀ ਨਹੀਂ ਹੋਈ ਹੁੰਦੀ ਕਿ ਕੋਈ ਚੀਜ਼ ਰਿਪੇਅਰ ਨਾ ਹੋਵੇ। ਦੈਟ ਮੀਨਸ ਆਪਾਂ ਜਿਵੇਂ ਇੱਕ ਕਹਾਵਤ ਯੂਜ਼ ਕਰਦੇ ਆ, ਅਖਾਣ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਦੈਟ ਮੀਨਸ ਕਿ ਅਗਰ ਬੇਰ ਡੁੱਲ ਗਏ ਆ ਤਾਂ ਬੇਰ ਵਾਪਸ ਇਕੱਠੇ ਕੀਤੇ ਜਾ ਸਕਦੇ ਆ, ਹੈ ਨਾ। ਤਾਂ ਉਦੋਂ ਅਸੀਂ ਯੂਜ਼ ਕਰਦੇ, ਜਿਵੇਂ ਕਹਿੰਦੇ ਨਾ ਅਜੇ ਵੀ ਗੱਲ ਵਿਗੜੀ ਨਹੀਂ ਹੈ, ਅਜੇ ਵੀ ਸੰਭਲ ਸਕਦੀ ਹੈ। ਇਟਸ ਨੈਵਰ ਟੂ ਲੇਟ ਟੂ ਮੈਂਡ। ਆਪਾਂ ਕਹਿੰਦੇ ਆ ਜਦੋਂ ਵੀ ਜਦੋਂ ਜਾਗੋ ਉਦੋਂ ਹੀ ਸਵੇਰਾ ਹੁੰਦਾ ਹੈ, ਇੰਨੀ ਹਜੇ ਵੀ ਦੇਰ ਨਹੀਂ ਹੋਈ ਹੈ ਨਾ। ਇਟਸ ਨੈਵਰ ਟੂ ਲੇਟ ਟੂ ਮੈਂਡ। next is ancient and modern. Ancient word I had already told you, ancient means prachin and modern means naveen ya adunik, ठीक है। ancient जिਵੇਂ this is an ancient building, एक बड़ी पुरानी प्राचीन building है ना। modern ਆਪਾਂ ਕਹਿੰਦੇ in modern times we see many new things in the market or technology, so modern means ਨਵੀਨ, ਅੱਜ ਕੱਲ ਦਾ, ਆਧੁਨਿਕ। so for example, a king in ancient times had many slaves to work for him. ਇੱਕ ਰਾਜੇ ਕੋਲ, a king ਇੱਕ ਰਾਜਾ ਸੀ ਪੁਰਾਣੇ ਸਮੇਂ ਦੇ ਵਿੱਚ, in ancient times, ancient means ਪੁਰਾਣੇ ਸਮੇਂ ਦੇ ਵਿੱਚ, ਪ੍ਰਾਚੀਨ ਕਾਲ ਦੇ ਵਿੱਚ ਇੱਕ ਰਾਜਾ ਸੀ, ਉਹਦੇ ਕੋਲ he had many slaves. so slave is a new word for you. slave means ਗੁਲਾਮ, ਸਲੇਵਰੀ ਹੁੰਦੀ ਹੈ ਨਾ, ਗੁਲਾਮੀ। slave means ਗੁਲਾਮ। ਇੱਕ ਰਾਜਾ ਸੀ ਪੁਰਾਣੇ ਟਾਈਮ 'ਚ, ਉਹਦੇ ਕੋਲ ਬੜੇ ਸਾਰੇ ਗੁਲਾਮ ਹੁੰਦੇ ਸੀ ਜਿਹੜੇ ਉਹਦਾ ਕੰਮ ਕਰਦੇ ਸੀ, ਠੀਕ ਹੈ। so ancient means ਪ੍ਰਾਚੀਨ ਜਾਂ ਪੁਰਾਣਾ। modern is ਨਵਾਂ, ਅੱਜ ਕੱਲ ਦਾ, ਆਧੁਨਿਕ। modern technology has opened our eyes to many things. ਅੱਜ ਜਿਹੜੀ ਅੱਜ ਕੱਲ ਦੀ ਟੈਕਨੋਲੋਜੀ ਹੈ, ਤਕਨੀਕ ਹੈ, ਇਹਨੇ has opened our eyes to many things, ਮਤਲਬ ਇਹਦੀ ਸਾਡੇ ਕਈ ਨਵੀਆਂ ਚੀਜ਼ਾਂ ਪ੍ਰਤੀ ਸਾਡੀ ਅੱਖਾਂ ਖੁੱਲੀਆਂ ਨੇ। ਦੈਟ ਮੀਨਸ ਕਈ ਨਵੀਆਂ ਚੀਜ਼ਾਂ ਸਾਨੂੰ ਇੰਟਰੋਡਿਊਸ ਹੋਈਆਂ ਨੇ ਔਰ ਅਸੀਂ ਉਹਨਾਂ ਨੂੰ ਦੇਖਿਆ ਹੈ ਨਾ। ਸੋ ਇਟ ਹੈਜ਼ ਓਪਨਡ ਆਵਰ ਆਈਜ਼ ਟੂ ਮੈਨੀ ਥਿੰਗਸ, ਕਈ ਨਵੀਆਂ ਚੀਜ਼ਾਂ ਬਾਰੇ ਸਾਨੂੰ ਪਤਾ ਚੱਲਿਆ ਹੈ, ਸਾਡੀ ਉਹਨਾਂ ਦੇ ਪ੍ਰਤੀ ਅੱਖਾਂ ਖੁੱਲੀਆਂ ਨੇ, ਜਾਂ ਉਹਨਾਂ ਨੂੰ ਦੇਖ ਕੇ ਸਾਨੂੰ ਪਤਾ ਚੱਲਿਆ ਕਿ ਹਾਂ ਇਹ ਮਾਡਰਨ ਟੈਕਨੋਲੋਜੀ ਹੈ, ਇੱਦਾਂ ਵੀ ਹੋ ਸਕਦਾ ਹੈ, ਠੀਕ ਹੈ। so modern technology has opened our eyes to many things. any doubts बच्चे? any doubts? okay, no doubts, so we'll move to next slide. angel and devil. angel ਹੁੰਦਾ ਹੈ ਫਰਿਸ਼ਤਾ, devil is ਸ਼ੈਤਾਨ। ਵੈਸੇ ਤਾਂ ਐਕਚੁਅਲੀ ਜਿਹੜਾ ਹੈ ਗੁਰਬਾਣੀ ਕਿਸੇ ਫਿਜ਼ੀਕਲ ਸ਼ੈਤਾਨ ਤੇ ਫਰਿਸ਼ਤੇ 'ਚ ਯਕੀਨ ਨਹੀਂ ਕਰਦੀ, ਬਟ ਆਪਾਂ ਕਹਿ ਦਿੰਦੇ ਆ ਨਾ, ਜਿਵੇਂ ਜੋ ਜਿਵੇਂ ਕੋਈ ਬਹੁਤ ਨੀਵੇਂ ਕੰਮ ਕਰੇ ਅਸੀਂ ਉਹਨੂੰ ਸ਼ੈਤਾਨ ਕਹਿ ਦਿੰਦੇ ਆ, ਹੈ ਨਾ। ਬੜੇ ਵਧੀਆ ਕੰਮ ਕਰੇ ਕੋਈ, ਉਹਨੂੰ ਅਸੀਂ ਫਰਿਸ਼ਤਾ ਕਹਿ ਦਿੰਦੇ ਹੁੰਦੇ ਆ, ਠੀਕ ਹੈ ਨਾ। ਸੋ ਐਂਜਲ ਅਸੀਂ ਉਸ ਭਾਸ਼ਾ 'ਚ। ਇੱਕ ਹੋਰ ਐਂਜਲ ਆਪਾਂ ਯੂਜ਼ ਕਰਦੇ ਆ, ਜਿਵੇਂ ਛੋਟੇ ਬੱਚੇ ਹੈ ਨਾ, ਕੋਈ ਗਰਲ ਵਾਸਤੇ ਅਸੀਂ ਤਕਰੀਬਨ ਐਂਜਲ ਯੂਜ਼ ਕਰਦੇ ਆ, ਜੋ ਗਰਲਸ ਹੁੰਦੀਆਂ ਨੇ, ਹੈ ਨਾ। ਬਈ ਐਂਜਲ ਅਸੀਂ ਕਹਿੰਦੇ ਉਹ ਪਰੀਆਂ, ਫਰਿਸ਼ਤੇ। ਆਪਾਂ ਇੱਕ ਵਰਡ ਵੀ ਇੱਥੇ ਕੀਤਾ ਸੀ, ਚੈਰਬ, CHERUB, ਉਹਦਾ ਮਤਲਬ ਉਹ ਅਸੀਂ ਬॉयਜ਼ ਲਈ ਯੂਜ਼ ਕਰਦੇ ਆ। ਸੋ ਫਰਿਸ਼ਤਾ, ਠੀਕ ਹੈ। ਸੋ ਐਂਜਲ ਅਸੀਂ ਕਿਹਦੇ ਲਈ ਯੂਜ਼ ਕਰਦੇ ਆ? ਫਰਿਸ਼ਤੇ ਲਈ, ਜੋ ਕੋਈ ਬਹੁਤ ਅੱਛਾ ਕੰਮ ਕਰੇ। ਜਿਵੇਂ ਅਸੀਂ ਕਹਿੰਦੇ ਆ ਕਿ ਤੂੰ ਮੇਰੀ ਹੈਲਪ ਕਰਤੀ ਇੱਕਦਮ, ਤੇ ਤੂੰ ਤਾਂ ਮੇਰੇ ਲਈ ਫਰਿਸ਼ਤੇ ਦੇ ਰੂਪ ਵਿੱਚ ਹੈ ਨਾ।
एंड डेविल इज शैतान, जिवें असीं मजाक च कहंदे आ नेम द डेविल एंड डेविल इज देयर, शैतान दा नाम लो ते शैतान हाजिर। तो शैतान असीं उदां कह दिंदे आ, है ना, कि ये डेविल वाले काम है, शैतान वाले काम है। तो एंजल, डेविल। फॉर एग्जाम्पल, थैंक्स फॉर मेलिंग दोज लेटर्स, यू आर एन एंजल। ਆਪਾਂ ਕੀ ਕਿਹਾ, ਕਿਸੇ ਨੂੰ ਮੰਨ ਲਓ ਕਿਸੇ ਨੇ ਮੇਰਾ ਕੰਮ ਕਰਤਾ, ਕੋਈ ਲੈਟਰਸ ਜਾਂ ਮੇਲ ਕਰ ਦਿੱਤੀ ਹੈ, ਤੇ ਮੈਂ ਉਹਨੂੰ ਕਿਹਾ ਥੈਂਕ ਯੂ, ਤੂੰ ਤਾਂ एंजल है मेरे लिए, तू तो फरिश्ता बनी है, मतलब मेरा कोई बहुत इंपॉर्टेंट काम है ना, ते उन्हें मेरा करता, ते ਆਪਾਂ ਉਹਨੂੰ ਕਹਿੰਦੇ ਆ थैंक्स फॉर लाइक डूइंग दिस, यू आर एन एंजल टू मी, तू मेरे लिए एंजल है, एक फरिश्ते की तरह है, ठीक है। एंड डेविल इज शैतान, जिवें ਅਸੀਂ ਇਹ ਵਾਰ बहुत बार एक वी हैव डन इट मैनी टाइम्स। एंड आइडल ब्रेन इज डेविल्स वर्कशॉप, ਜਿਹੜਾ ਖਾਲੀ ਮਨ ਹੁੰਦਾ ਹੈ ਨਾ, ਉਹ ਸ਼ੈਤਾਨ ਦੀ ਦੁਕਾਨ ਹੁੰਦੀ ਹੈ। ਅੱਛਾ, ਫਰਸਟ ਸਲਾਈਡ ਸ਼ੋ ਕਰਾਂ, ਲੋ ਜੀ, ਤੁਸੀਂ ਲੇਟ ਹੋ ਗਏ, ਗਗਨਦੀਪ ਕੌਰ ਐਂਡ ਗਗਨਦੀਪ ਕੌਰ। ਓਕੇ, should I move to next slide? ਹਾਂਜੀ ਗਗਨਦੀਪ, ਬੇਟਾ ਨੋਟ ਕਰ ਲਿਆ ਤੁਸੀਂ? So angel and devil, thanks for mailing those letters, you are an angel. And idle brain is a devil's workshop. एक खाली दिमाग हुंदा, idle। आप एक दिन एक बच्चे ने मैंने क्वेश्चन भी पूछा सी, IDEAL, ideal हुंदा आदर्श। जिवें मैं कहा my father is my ideal, मेरे पिताजी मेरे आदर्श ने। एंड आइडल हुंदा लाइक शी वाज सिटिंग आइडल, वो खाली बैठी हुई सी, खाली वेले होना, है ना। एंड आइडल ब्रेन इज अ डेविल्स वर्कशॉप, एक खाली दिमाग जिहड़ा हुंदा ना, वो शैतान दी दुकान हुंदी, जिथे शैतान वर्क करदा है, काम करदा है अपना। वेला मन शैतान दा घर आपां कहंदे आ जदों, है ना। एंड आइडल ब्रेन इज अ डेविल्स वर्कशॉप। सो एंजल इज फरिश्ता एंड डेविल इज शैतान। Next is angry and pleased, very easy। Angry means किसे नाल गुस्से होना, and pleased हुंदा है किसे नाल खुश होना। जिवें ਅਸੀਂ ਕਹਿੰਦੇ ਆ I am very angry with you, है ना। Pleased to meet you, ਅਸੀਂ ਜਦੋਂ ਕਿਸੇ ਨਾਲ ਮਿਲਦੇ ਆ ਆਪਾਂ ਕਹਿੰਦੇ ਆ ਨਾ pleased to meet you। Pleased to meet you ਦਾ मतलब ਹੁੰਦਾ ਹੈ खुश होना, ठीक है। Angry गुस्से होना, pleased मतलब खुश होना। For example, she seemed to be very angry, वो बहुत गुस्से विच लग रही सी। She seemed to be very angry, seem हुंदा है लगना, है ना। You seem to be very happy, तुसी बहुत खुश लग रहे हो। She seemed to be very angry, आपां पहले भी कीता है, seem to दा मतलब हुंदा लगना, वो बहुत गुस्से विच लग रही सी। She seemed to be very angry, ठीक है। And pleased मतलब खुश होना। I am pleased that you have a new job, मैं बहुत खुश हाँ कि तुहाडे कोल एक नवी जॉब है, नवी नौकरी है, कुछ भी यूज कर सकते हो तुसी। आई एम प्लीज्ड that you have bought a new house, you have bought a new car, you have got good marks, I am pleased। so I am pleased मतलब मैं बहुत खुश हाँ। next is arrival and departure। ये भी तुसी you must have heard these words many times। ਜਦੋਂ ਅਸੀਂ ट्रेन ਦੀ ਟਿਕਟਸ ਬੁੱਕ ਕਰਦੇ ਹਾਂ ਤੇ ਉਹਦੇ ਤੇ ਤੁਸੀਂ ਜਾਂ ਤੁਸੀਂ ਰੇਲਵੇ ਸਟੇਸ਼ਨ ਤੇ ਜਾਂਦੇ ਹੋ ਤਾਂ ਇਹ ਵਰਡ ਤੁਸੀਂ ਜ਼ਰੂਰ ਨੋਟਿਸ ਕੀਤੇ ਹੋਣੇ ਆ ਕਿ ट्रेन ਦਾ ਅਰਾਈਵਲ ਟਾਈਮ ਕੀ ਹੈ, ट्रेन ਦਾ ਡਿਪਾਰਚਰ ਟਾਈਮ ਕੀ ਹੈ। ਅਰਾਈਵਲ मतलब ਪਹੁੰਚ ਐਂਡ ਡਿਪਾਰਚਰ मतलब ਉੱਥੋਂ ਵਿਦਾਈ। ਅਰਾਈਵਲ ਮੀਨਸ ਪਹੁੰਚ, ਕਿਸੇ ਦੀ ਪਹੁੰਚ, है ना, कि ट्रेन ਦਾ ਅਰਾਈਵਲ ਕੀ ਹੈ, ਅਰਾਈਵਲ ਕਦੋਂ ਹੈ, ਉਹਦੀ ਪਹੁੰਚ ਕਦੋਂ, ਕਦੋਂ ਅਰਾਈਵ ਕਰਨੀ ਹੈ, ਕਦੋਂ ਉਹਨੇ ਰੀਚ ਕਰਨਾ ਹੈ ਇੱਥੇ। ਐਂਡ ਡਿਪਾਰਚਰ ਹੁੰਦਾ ਹੈ ਵਿਦਾਈ, कि ਉਹਦੀ ਕਦੋਂ ਵਿਦਾਈ ਹੈ, ਕਦੋਂ ਉੱਥੋਂ ਜਾਣਾ ਹੈ, डिपार्चर, ठीक है। For example, her arrival coincided with our departure। ਇਹ ਧਿਆਨ ਨਾਲ ਦੇਖਣਾ, ਇਹਦੇ ਵਿੱਚ ਇੱਕ ਨਵਾਂ ਵਰਡ ਆਇਆ ਹੈ coincided। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇਹ ਤਾਂ ਇੱਕ ਕੋਇਨਸੀਡੈਂਸ ਸੀ। ਕੋਇਨਸੀਡੈਂਸ ਹੁੰਦਾ ਹੈ ਇਤਫਾਕ, ਕਿ ਉਹਦਾ ਤੇ ਮੇਰਾ ਮਿਲਣਾ ਇੱਕ ਇਤਫਾਕ ਸੀ, मतलब ਅਸੀਂ ਕੁਝ ਪਲਾਨ ਨਹੀਂ ਸੀ ਕੀਤਾ, ਇਤਫਾਕਨ ਹੀ ਹੋ ਗਿਆ, बाय चांस ही हो गया। इट वाज जस्ट अ कोइंसिडेंस। ये वर्ड तुसी सारिਆਂ ने सुनिया होएगा। जिवें ਅਸੀਂ ਕਹਿੰਦੇ ਆ ਕਿ ਜਦੋਂ मैं पहुंची ਤੇ कोइंसिडेंस ही ਸੀਗਾ कि वो जा रही सी, है ना। तो कोइंसाइडेड ਹੁੰਦਾ है, ये वर्ब है कोइंसाइडेड।
ਇਹਦਾ ਮਤਲਬ ਉਸੇ ਮੌਕੇ ਤੇ ਲਾਈਕ ਅਚਾਨਕ ਹੀ ਉਹ ਚੀਜ਼ ਹੋ ਜਾਣਾ, ਮਿਲ ਪੈਣਾ, ਹੈ ਨਾ। ਜਿਵੇਂ ਹਰ ਅਰਾਈਵਲ ਕੋਇਨਸਾਈਡਡ ਵਿਦ ਆਵਰ ਡਿਪਾਰਚਰ, ਉਸਦਾ ਅਰਾਈਵਲ ਤੇ ਸਾਡਾ ਡਿਪਾਰਚਰ ਇਤਫਾਕਨ ਇੱਕੋ ਹੀ ਟਾਈਮ ਤੇ ਸੀ। ਬੱਚੇ ਇਕਸਾਰ ਨਹੀਂ, ਇਤਫਾਕਨ ਹੋਣਾ, ਇਤਫਾਕਨ ਹੋਣਾ। ਇਤਫਾਕ ਤਾਂ ਤੁਸੀਂ ਸਮਝਦੇ ਹੋਗੇ ਕਿ ਉਹ ਤਾਂ ਮੈਨੂੰ ਇਤਫਾਕ ਨਾਲ ਹੀ ਮਿਲਿਆ, ਹੈ ਨਾ। ਉਹਦਾ ਅਰਾਈਵਲ ਤੇ ਸਾਡਾ ਡਿਪਾਰਚਰ, ਯਾਨੀ ਉਹਦਾ ਪਹੁੰਚਣਾ ਤੇ ਸਾਡਾ ਜਾਣਾ ਇਤਫਾਕਨ ਇੱਕੋ ਟਾਈਮ ਤੇ ਹੀ ਹੋ ਜਾਣਾ। ਸੋ दैट इज कोइंसाइडेड। ठीक है, बाय चांस ਇੱਕੋ ਹੀ ਸਮੇਂ ਤੇ ਹੋ ਜਾਣਾ, ਉਹਨੂੰ ਅਸੀਂ ਕੋਇਨਸਾਈਡ ਕਹਿੰਦੇ। ਠੀਕ ਹੈ, ਉਹਦਾ ਅਰਾਈਵਲ, ਉਹਦਾ ਆਣਾ, ਮਤਲਬ ਅਸੀਂ ਮੰਨ ਲਓ ਆਪਾਂ ਕਹੀਏ 10:30 ਤੇ she arrived and we departed 10:30, ਤੇ ਉਹ ਜਿਵੇਂ ਹੀ ਉਹ ਆਈ ਤੇ ਕੋਇਨਸੀਡੈਂਟਲੀ ਕੀ ਹੋ ਗਿਆ, ਅਸੀਂ ਉਸ ਟਾਈਮ ਜਾ ਰਹੇ ਸੀ। ਸੋ ਉਹਨਾਂ ਦੋਨਾਂ ਦਾ ਇੱਕੋ ਟਾਈਮ ਤੇ ਹੋ ਜਾਣਾ, that is coincide. Okay, any questions from this slide? बच्चे किसी का कोई क्वेश्चन फ्रॉम प्रीवियस स्लाइड और दिस स्लाइड? फर्स्ट स्लाइड, नो बच्चे, दिस इज नॉट फर्स्ट स्लाइड, दिस इज द सेकंड वन, फर्स्ट इज दिस। अच्छा रिपीट कर दें? ओके जी, कर देंगे। हाँ, अलोन एंजल, अच्छा ये मैं दस देंगे, आप एक बार कर लेना दोबारा, तो बच्चे भी आज बहुत घट ने, ओनली including me and host we are 16 participants, like 14 students are there. So अब देखो मैं वर्ड यूज किया ना, 16 participants including me and host। आप include वर्ड कितना सी ना कि मैनू मिला के 16 आ, मैनू ते होस्ट नू मिला के ਅਸੀਂ ਕਿੰਨੇ ਆ 16। so we are 16 participants including me and host। मैनू ते होस्ट नू मिला के जिन्हें मीटिंग होस्ट ਕੀਤੀ ਹੈ ਆਪਾਂ 16 ਆ। okay, that means बाकी दे 14 है ना। okay, so alone together, alone means ਕੱਲੇ, together means ਇਕੱਠੇ। for example, eagles fly alone but sheep flock together। ਜਿਹੜੇ eagles ਹੁੰਦੇ ਆ, ਇੱਲਾਂ ਜਿਵੇਂ ਅਸੀਂ ਕਹਿੰਦੇ ਆ ਬਾਜ, ਉਹ ਕੱਲੇ ਫਲਾਈ ਕਰਦੇ ਆ, ਔਰ ਜਿਹੜੀ ਸ਼ੀਪ ਹੁੰਦੀ ਹੈ ਉਹ ਫਲੌਕ, ਉਹ ਇਕੱਠੇ ਫਲੌਕ ਕਰਦੀ ਹੈ। ਸੋ ਫਲੌਕ ਹੁੰਦਾ ਹੈ, ਫਲੌਕ ਵੈਸੇ ਸ਼ੀਪ ਦੇ ਝੁੰਡ ਨੂੰ ਕਹਿੰਦੇ ਆ ਫਲੌਕ। ਅੱਛਾ ਇੱਕ ਹੋਰ ਹੁੰਦਾ ਹੈ, ਜਿਹੜੇ ਬਰਡਸ ਹੈ ਨਾ ਉਹਨਾਂ ਦੇ ਗਰੁੱਪ ਨੂੰ ਵੀ, ਉਹਨਾਂ ਦੇ ਝੁੰਡ ਨੂੰ ਵੀ ਕੀ ਕਹਿੰਦੇ ਆ ਫਲੌਕ। ਓਕੇ, ਐਂਡ ਇਫ ਇਟ ਇਜ਼ ਅ ਨਾउन दैट मीन्स ਝੁੰਡ। ਠੀਕ ਹੈ, ਐਂਡ ਇਫ ਇਟ ਇਜ਼ ਅ ਵਰਬ ਤਾਂ ਮਤਲਬ ਝੁੰਡ ਵਿੱਚ ਬਣਨਾ, ਝੁੰਡ ਵਿੱਚ ਹੋਣਾ। So eagles fly alone but sheep flock together। sheep ਜਿਹੜੇ ਹੈ ਝੁੰਡਾਂ ਵਿੱਚ ਇਕੱਠੇ ਰਹਿੰਦੇ ਆ, ਔਰ eagles ਕੱਲੇ fly ਕਰਦੇ ਆ, alone and together। ਠੀਕ ਹੈ, always never, always means ਹਮੇਸ਼ਾ, and never means ਕਦੇ ਵੀ ਨਹੀਂ। for example, once a liar, always a liar। ਇੱਕ ਵਾਰ ਦਾ ਝੂਠਾ, lie ਤੋਂ word ਬਣਿਆ liar। liar means the one who tells a lie, liar। once a liar, always a liar। ਇੱਕ ਵਾਰ ਦਾ ਝੂਠਾ, ਹਮੇਸ਼ਾ ਦਾ ਝੂਠਾ। never means ਕਦੇ ਵੀ ਨਹੀਂ। for example, we say never tell a lie, ਕਦੇ ਵੀ ਝੂਠ ਨਾ ਬੋਲੋ। it's never too late to mend, ਹਜੇ ਵੀ ਦੇਰ ਨਹੀਂ ਹੋਈ ਹੈ। it's never too late to mend। mend means to repair or make something correct, ਕਿਸੇ ਚੀਜ਼ ਨੂੰ ਠੀਕ ਕਰਨਾ ਜਾਂ ਰਿਪੇਅਰ ਕਰਨਾ। ਆਪਾਂ ਜਿਸ ਤਰ੍ਹਾਂ ਕਹਿੰਦੇ ਆ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, मतलब कि चीज़ां ठीक हो सकती हैं, things can get back to normal। हर चीज ठीक हो सकती है। it's never too late to mend। okay, ancient and modern। ancient means प्राचीन, पुराना। modern means आजकल दा। a king in ancient times had many slaves to work for him। एक बार एक राजा सी पुराने टाइम च, ਉਹਦੇ ਕੋਲ बहुत सारे गुलाम सी। slaves means गुलाम सीगे ਉਹਦੇ ਲਈ ਕੰਮ ਕਰਨ ਲਈ। modern technology has opened our eyes to many things। आजकल दी तकनीक ने साडे अगे बहुत सारियां चीज़ां रखियां ने, जिन्हां नूं देख के साडियां आईज ओपन हुंदियां कि ओके दिस इज द न्यू थिंग, कि किदां वर्क करदी है। सो मॉडर्न टेक्नोलॉजी ने साडे सामने बहुत सारियां नवीं चीज़ां बड़े उस तरीके ओपनड आवर आईज टू मैनी थिंग्स दा मतलब हुंदा है कि ਉਹ ਚੀਜ਼ਾਂ ਜਿਹੜੀਆਂ ਸਾਡੇ ਲਈ ਬਹੁਤ ਨਵੀਆਂ ਨੇ, ਜਿਹੜੀਆਂ ਸਾਨੂੰ ਲੱਗਦਾ ਹੈ ਕਿ ਅੱਛਾ ਇਹ
ਜਿਵੇਂ ਆਪਾਂ ਕਹਿੰਦੇ ਨਾ ਕਿ ਕੋਈ ਚੀਜ਼ ਅਸੀਂ ਦੇਖ ਕੇ ਮੇਰੀ ਆਈਜ਼ ਓਪਨ ਹੋ ਗਈਆਂ ਹੈ ਨਾ ਵੀ ਬਹੁਤ ਹੈਰਾਨ ਕਰਨ ਵਾਲੀਆਂ ਚੀਜ਼ਾਂ ਸੋ ਇੱਥੇ ਉਸ ਕੰਟੈਕਸਟ ਵਿੱਚ ਯੂਜ਼ ਹੋਇਆ that modern technology has opened our eyes to many things ਅੱਜ ਕੱਲ ਦੀ ਤਕਨੀਕ ਨੇ ਸਾਡੇ ਸਾਹਮਣੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਬੜੇ ਨਵੇਂ ਰੂਪ ਚ ਰੱਖੀਆਂ ਨੇ ਓਕੇ ਐਂਡ ਨੈਕਸਟ ਇਜ਼ angel and devil ਬੱਚੇ angel means ਫਰਿਸ਼ਤਾ and devil means shaitan. Thanks for mailing those letters. You are an angel. ਇਹ ਚਿੱਠੀਆਂ ਪੋਸਟ ਕਰਨ ਲਈ ਮੇਲ ਕਰਨ ਲਈ ਬਹੁਤ ਥੈਂਕ ਯੂ ਤੂੰ ਤਾਂ ਮੇਰੇ ਲਈ ਫਰਿਸ਼ਤੇ ਵਾਂਗੂ ਹੈ ਯੂ ਆਰ ਐਨ ਐਂਜਲ ਆਪਾਂ ਕਈ ਵਾਰ ਕਿਸੇ ਨੂੰ ਪਿਆਰ ਨਾਲ ਜਾਂ ਥੈਂਕਫੁਲੀ ਆਪਾਂ ਕਹਿ ਦਿੰਦੇ ਹਾਂ ਨਾ ਕਿ ਯੂ ਆਰ ਐਨ ਐਂਜਲ ਵੀ ਤੂੰ ਮੇਰੇ ਲਈ ਰੱਬ ਦਾ ਰੂਪ ਜਾਂ ਫਰਿਸ਼ਤਾ ਹੈ ਤੂੰ ਯੂ ਆਰ ਐਨ ਐਂਜਲ ਓਕੇ ਐਂਡ an idle brain is a devil's workshop ਇੱਕ ਖਾਲੀ ਦਿਮਾਗ idle means ਖਾਲੀ ਵਿਹਲਾ ਇੱਕ ਖਾਲੀ ਦਿਮਾਗ डेविल शैतान दी वर्कशॉप हुंदी है यानी खाली मन शैतान दा घर and next was angry and pleased angry means गुस्से pleased means खुश she seemed to be very angry वो बहुत गुस्से विच लग रही सी pleased I am pleased that you have a new job मैं बहुत खुश हाँ कि तुसी तुहाडे कोल एक नवी जॉब है then arrival and departure arrival means पहुंच and departure means विदाई ਇਹ ਆਪਾਂ ਹੁਣੇ ਕੀਤਾ ਹਰ ਅਰਾਈਵਲ ਕੋਇਨਸਾਈਡਡ ਵਿਦ ਆਵਰ ਡਿਪਾਰਚਰ ਉਹਦੀ ਜਿਹੜੀ ਅਰਾਈਵਲ ਹੈ ਉਹਦੀ ਜਿਹੜੀ ਪਹੁੰਚ ਸੀ ਉਹ ਕੋਇਨਸੀਡੈਂਟਲੀ ਯਾਨੀ ਕਿ ਇਤਫਾਕਨ ਮੇਰੇ ਡਿਪਾਰਚਰ ਦੇ ਸਮੇਂ ਕੋਇਨਸਾਈਡ ਹੁੰਦਾ ਹੈ ਕਿੰਨੇ ਦੋ ਚੀਜ਼ਾਂ ਦਾ ਬਾਈ ਚਾਂਸ ਇੱਕੋ ਟਾਈਮ ਤੇ ਹੋ ਜਾਣਾ ਕੋਇਨਸਾਈਡ ਹੈ ਨਾ ਕਿੰਨੀ ਲਾਈਕ ਜੋ ਕਿੰਨੀ ਕਿਸੇ ਦੋ ਇਵੈਂਟਸ ਦਾ ਇੱਕੋ ਸਮੇਂ ਤੇ ਹੋ ਜਾਣਾ ਟੂ ਅਕਰ ਐਟ ਸੇਮ ਟਾਈਮ ਹੈ ਨਾ ਜਿਵੇਂ ਅਸੀਂ ਕਹਿੰਦੇ ਆ ਕਿ ਇਹ ਜਿਹੜੀ ਮੀਟਿੰਗ ਸੀਗੀ ਉਹ ਇਤਫਾਕਨ ਮੇਰੀ ਛੁੱਟੀਆਂ ਵਿੱਚ ਹੀ ਆ ਗਈ ਉਦੋਂ ਅਸੀਂ ਕੋਇਨਸਾਈਡ ਯੂਜ਼ ਕਰਦੇ ਹਾਂ ਠੀਕ ਹੈ ਹਰ ਅਰਾਈਵਲ ਕੋਇਨਸਾਈਡਡ ਵਿਦ ਆਵਰ ਡਿਪਾਰਚਰ ਤੇ ਉਹਦਾ ਪਹੁੰਚਣਾ ਤੇ ਸਾਡਾ ਜਾਣਾ ਇੱਕੋ ਸਮੇਂ ਤੇ ਹੀ ਹੋ ਗਿਆ ਠੀਕ ਹੈ ਨੈਕਸਟ ਆਰਟੀਫੀਸ਼ੀਅਲ ਐਂਡ ਨੈਚੁਰਲ ਆਰਟੀਫੀਸ਼ੀਅਲ ਨਹੀਂ ਹੈ ਇਟਸ ਆਰਟੀਫੀਸ਼ੀਅਲ ਐਂਡ ਨੈਚੁਰਲ ਆਰਟੀਫੀਸ਼ੀਅਲ ਹੁੰਦਾ ਹੈ ਬਣਾਵਟੀ ਐਂਡ ਨੈਚੁਰਲ ਹੁੰਦਾ ਹੈ ਕੁਦਰਤੀ ਜਿਵੇਂ ਅਸੀਂ ਕਹਿੰਦੇ ਆ ਕਿ ਇਹ ਜਿਹੜੇ ਅੱਜ ਕੱਲ ਜੂਸਸ ਆ ਰਹੇ ਆ ਨਾ ਉਹਨਾਂ ਦੇ ਵਿੱਚ ਆਰਟੀਫੀਸ਼ੀਅਲ ਫਲੇਵਰਸ ਪਾਏ ਹੋਏ ਆ ਹੈਨਾ ਜਿਵੇਂ ਮੰਨ ਲਓ ਤੁਸੀਂ ਔਰੇਂਜ ਜੂਸ ਘਰ ਬਣਾਉਂਦੇ ਹੋ ਉਹਦੇ ਵਿੱਚ ਔਰੇਂਜ ਦਾ ਨੈਚੁਰਲ ਫਲੇਵਰ ਹੁੰਦਾ ਫਲੇਵਰ ਮੀਨਸ ਟੇਸਟ but the juice you buy from the market it has an orange flavor but it is an artificial flavor ਉਹਦੇ ਚ ਉਹ ਕਦੇ ਤੁਸੀਂ ਨੋਟਿਸ ਕੀਤਾ ਜਿਹੜੇ ਜੂਸ ਵੀ ਤੁਸੀਂ ਮਾਰਕੀਟ ਤੋਂ ਬਾਈ ਕਰਦੇ ਹੋ ਤੁਸੀਂ ਚਾਹੇ 1000 juices ਦੇ boxes ਤੁਸੀਂ ਬਾਈ ਕਰ ਲਓ it will be having same taste ਘਰ ਅਸੀਂ ਜੂਸ ਬਣਾਉਂਦੇ ਹਾਂ ਕੋਈ ਖੱਟਾ ਹੁੰਦਾ ਹੈ ਕੋਈ ਥੋੜਾ ਜਿਹਾ ਮਿੱਠਾ ਹੁੰਦਾ ਹੈ ਕੋਈ ਘੱਟ ਮਿੱਠਾ ਹੁੰਦਾ ਹੈ ਅਸੀਂ ਘਰ ਦਾ ਜੂਸ ਬਣਾਉਂਦੇ ਹਾਂ like every time it has a different taste whenever we make juice at home it has a very different taste ਹਾਂ ਉਹਦਾ ਠੀਕ ਹੈ orange ਦਾ ਇੱਕ ਆਪਣਾ flavor ਹੁੰਦਾ ਹੈ but orange ਵੀ ਕਦੇ ਖੱਟਾ ਹੁੰਦਾ ਹੈ ਕਦੇ ਮਿੱਠਾ ਹੁੰਦਾ ਹੈ ਕਦੇ ਖੱਟਾ ਮਿੱਠਾ ਹੁੰਦਾ ਹੈ ਨਾ so artificial means ਬਣਾਵਟੀ natural means ਕੁਦਰਤੀ ਹੈ ਨਾ ਜਿਵੇਂ ਅਸੀਂ ਕਹਿੰਦੇ ਆ ਕੁਝ ਫਾਈਬਰਸ ਹੁੰਦੇ ਆ ਜਿਹੜੇ ਆਰਟੀਫੀਸ਼ੀਅਲ ਹੁੰਦੇ ਆ ਐਂਡ ਕੁਝ ਹੁੰਦੇ ਆ ਨੈਚੁਰਲ ਫਾਈਬਰ ਫॉर ਐਗਜ਼ਾਮਪਲ ਜਿਵੇਂ ਅਸੀਂ ਸਿੰਥੈਟਿਕ ਕੱਪੜੇ ਪਾਉਂਦੇ ਆ ਹੈ ਨਾ ਕਈ ਵਾਰ ਜਿਹੜੇ ਜਿਵੇਂ ਅਸੀਂ ਕਹਿੰਦੇ ਆ ਸਿੰਥੈਟਿਕ ਪੋਲੀਐਸਟਰ ਹੈ ਨਾ ਉਹ ਆਰਟੀਫੀਸ਼ੀਅਲ ਧਾਗਾ ਹੈ ਨੈਚੁਰਲ ਕੀ ਹੁੰਦਾ ਜਿਵੇਂ ਕਾਟਨ ਹੈ ਇਹ ਨੈਚੁਰਲ ਧਾਗਾ ਹੈ ਜੂਟ ਜੀ ਤੋਂ ਬੋਰੀਆਂ ਬਣਦੀਆਂ ਨੈਚੁਰਲ ਹੈ ਠੀਕ ਹੈ ਸੋ ਆਰਟੀਫੀਸ਼ੀਅਲ ਮੀਨਸ बनावटी एंड बनावटी जिवें है ना जो नेचुरल नहीं है एंड नेचुरल मीन्स कुदरती फॉर एग्जाम्पल नो आर्टिफिशियल स्वीटनर्स आर यूज्ड इन दिस जूस इस जूस दे विच कोई आर्टिफिशियल स्वीटनर हुंदे मिठा करन वाले नहीं पाए गए तुसी बॉटल ते किसी भी जूस की बॉटल या सॉफ्ट ड्रिंक की बॉटल लोगे ना उहदे ते जरूर पढ़ना उहदे विच लिखिया हुंदा है आर्टिफिशियल स्वीटनर्स या नो इदां स्वीटनर हुंदा मिठा करन वालियां चीज़ां जिवें चीनी की है स्वीटनर है किसी चीज को मिठा कर देंदी है हुण असीं कहिए एप्पल जिहड़ा वो नैचुरली स्वीट है ਉਹਦੇ चीनी पाउण दी लोड़ नहीं है ना एप्पल जूस है तुसीं घर निकालोगे ਉਹਦੇ ਵਿੱਚ ਕੀ ਹੈ स्वीटनर नहीं हुंदा इट इज नैचुरली स्वीट बट जे तुसीं मार्केट तो एप्पल जूस लैके आओगे ना ਉਹਦੇ ਵਿੱਚ ਉਹਨਾਂ ਨੇ स्वीटनर्स पाए हुंदे हैं स्वीटनर कई तरह के तरीके ਦੇ ਹੁੰਦੇ हैं ਜਿਵੇਂ ਸੈਕਰੀਨ ਹੁੰਦੀ ਹੈ ਜਿਵੇਂ ਤੁਸੀਂ ਦੇਖਿਆ ਹੋਏਗਾ ਜਿਹੜੇ ਕੀ ਹੁੰਦੇ ਆ ਜਿਹੜੇ शुगर फ्री है ना वो आर्टिफिशियल स्वीटनर है बनावटी स्वीटनर है वो चीनी नहीं हुंदी है ना या वो नहीं हुंदे नेचुरल वे नाल नहीं बनया हुंदा
ਉਹ ਆਰਟੀਫਿਸ਼ੀਅਲ ਹੁੰਦਾ, ਠੀਕ ਹੈ ਨਾ, ਉਹ ਬਣਾਵਟੀ ਰੂਪ ਚ ਪਾਇਆ ਹੁੰਦਾ ਹੈ, ਠੀਕ। ਸੋ ਇੱਥੇ ਫॉर ਐਗਜ਼ਾਮਪਲ ਮੈਂ ਲਿਆ no artificial sweeteners are used in this juice, ਇਸ ਜੂਸ ਦੇ ਵਿੱਚ ਕੋਈ ਵੀ ਬਣਾਵਟੀ ਸਵੀਟਨਰ ਨਹੀਂ ਪਾਇਆ ਹੈ, ਯਾਨੀ ਕਿ ਇਹ ਜੂਸ ਨੈਚੁਰਲੀ ਸਵੀਟ ਹੈ। natural ਕੁਦਰਤੀ, for example this skin cream contains only natural ingredients, ingredients ਹੁੰਦੀ ਹੈ ਸਮਗਰੀ, ਨੋਟ ਕਰ ਲਓ ਭਾਵੇਂ ingredients, ਇਹਨੂੰ ਕੀ ਕਹਿਣਾ ਹੈ, ingredients ਮਤਲਬ ਸਮਗਰੀ। ਜਿਵੇਂ ਅਸੀਂ ਮੰਨ ਲਓ ਕੇਕ ਬਣਾਉਣਾ ਹੈ ਤਾਂ ਆਪਾਂ ਕੀ ਕਹਿੰਦੇ ਇਹਦੇ ਵਿੱਚ, ਇਹਦੇ ingredients ਮੈਨੂੰ ਦੱਸ ਦਿਓ ਕਿ ਇਹਦੇ ਵਿੱਚ ਆਟਾ ਪਏਗਾ, ਇਹਦੇ ਵਿੱਚ ਕਰੀਮ ਪਏਗੀ, ਇਹਦੇ ਵਿੱਚ ਤੇਲ ਪਏਗਾ ਜਾਂ ਘਿਓ ਪਏਗਾ, ਇਹ ਕੀ ਹੈ, ingredients ਹੈ, ਸਮਗਰੀ ਹੈ, ਇਹਨੂੰ ਕਹਿੰਦੇ ingredients। so this skin cream, ਇਹ ਵਾਲੀ ਜਿਹੜੀ skin cream ਹੈ ਇਹਦੇ ਵਿੱਚ ਸਾਰੀ ਕੁਦਰਤੀ ਸਮਗਰੀ ਹੈ। this skin cream contains only natural ingredients, so samagri, ingredients। next is attack or defend or protect। attack ਹੁੰਦਾ ਹੈ ਹਮਲਾ ਕਰਨਾ, defend ਹੁੰਦਾ ਹੈ ਬਚਾਣਾ, protect means ਵੀ ਬਚਾਣਾ, ਹੈ ਨਾ। ਸੋ ਡਿਫੈਂਡ ਆਪਾਂ ਕਿੱਦਾਂ ਯੂਜ਼ ਕਰਦੇ ਆ, ਜਿਵੇਂ ਆਪਾਂ ਕਹਿੰਦੇ ਆ ਕਿ ਕਿੱਦਾਂ ਬਚਾਣਾ ਡਿਫੈਂਡ, ਜਿਵੇਂ ਮੰਨ ਲਓ ਕੋਈ ਮੇਰੀ ਫਰੈਂਡ ਹੈ, ਉਹਨੂੰ ਮੰਨ ਲਓ ਉਹਦੀ ਬੌਸ ਹੈ ਕੁਝ ਕਹਿ ਰਹੀ ਹੈ, ਜਾਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ, ਮੰਨ ਲਓ ਮੇਰੀ ਸਿਸਟਰ ਨੇ ਕੋਈ ਗਲਤੀ ਕੀਤੀ ਤੇ ਮੈਂ ਉਹਨੂੰ ਬਚਾਵ ਕਰ ਰਹੀ ਹਾਂ ਉਹਦਾ, ਠੀਕ ਹੈ, ਤਾਂ ਮਤਲਬ ਮੈਂ ਉਹਨੂੰ ਡਿਫੈਂਡ ਕਰ ਰਹੀ ਹਾਂ, ਹੈ ਨਾ। ਸੋ ਡਿਫੈਂਡ ਹੁੰਦਾ ਹੈ ਬਚਾਵ ਕਰਨਾ, ਸੋ ਅਟੈਕ ਮੀਨਸ हमला करना एंड डिफेंड मीन्स बचाव करना अपना। ओके, सो he was attacked by wild animals, wild means जंगली, उसते उत्ते जंगली जानवरां द्वारा हमला किया गया, पैसिव वॉइस है, wild animals attacked him, he was attacked by wild animals। okay, so attack ਦਾ ਇਹ ਮਤਲਬ ਹੁੰਦਾ ਹੈ। डिफेंड ਦਾ ਮਤਲਬ ਹੁੰਦਾ ਬਚਾਵ ਕਰਨਾ, ਪਰ ਜਿਵੇਂ ਕਿਸੇ ਆਪਾਂ डिफेंड ਦਾ ਮਤਲਬ ਹੁੰਦਾ ਜਿਵੇਂ ਕਿਸੇ ਸ਼ਬਦਾਂ ਦੇ ਨਾਲ ਬਚਾਵ ਕਰਦੇ ਆ ਨਾ, ਜਿਵੇਂ ਤੁਸੀਂ ਦੇਖਿਆ ਹੋਏਗਾ ਵਕੀਲ ਹੈ, ਬਚਾਵ ਪਕਸ਼ ਦੇ ਵਕੀਲ ਹੁੰਦੇ ਆ, ਹੈ ਨਾ, तो ਆਪਾਂ ਕੀ ਕਹਿੰਦੇ ਆ, ਉਹ डिफेंस लॉयर ਸੁਣਿਆ ਹੋਏਗਾ ਤੁਸੀਂ, डिफेंस लॉयर, ਹੈ ਨਾ। ਜਿਵੇਂ ਹੁਣ ਘਰ ਹੈ ਸਾਡਾ, ਅਸੀਂ ਕਹਿੰਦੇ ਆ ਜਿਹੜਾ ਸਾਡਾ ਘਰ ਹੈ ਸਾਨੂੰ ਵਿੰਡ ਤੋਂ, ਪਾਣੀ ਤੋਂ, ਰੇਨ ਤੋਂ ਪ੍ਰੋਟੈਕਟ ਕਰਦਾ ਹੈ, ਬਚਾਉਂਦਾ ਹੈ, ਉੱਥੇ ਬਚਾਣਾ ਕੁਝ ਹੋਰ ਹੁੰਦਾ ਹੈ। ਸੋ डिफेंड ਹੁੰਦਾ ਹੈ ਮਤਲਬ ਕਿਸੇ ਦੇ ਸ਼ਬਦਾਂ ਤੋਂ, ਸ਼ਬਦਾਂ ਦੇ ਨਾਲ ਬਚਾਵ ਕਰਨਾ, ਉੱਥੇ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਹੈ ਨਾ। ਜਿਵੇਂ ਅਸੀਂ ਕਹਿੰਦੇ डिफेंस लॉयर, ਬਚਾਵ ਪਕਸ਼ ਦਾ ਵਕੀਲ, डिफेंस लॉयर, डिफेंस ਕਰ ਰਿਹਾ ਜੋ, ਹੈ ਨਾ, ਬਚਾਣਾ। ਸੋ ਪ੍ਰੋਟੈਕਟ ਦਾ ਮਤਲਬ ਵੀ ਬਚਾਵ ਕਰਨਾ ਹੁੰਦਾ, ਬਟ ਉਹ ਫਿਜ਼ੀਕਲੀ ਪ੍ਰੋਟੈਕਟ ਕਰਨਾ, ਵੀ ਉਹਨੂੰ ਪ੍ਰੋਟੈਕਸ਼ਨ, ਜਿਵੇਂ ਮਾਤਾ ਪਿਤਾ ਦੀ ਪ੍ਰੋਟੈਕਸ਼ਨ ਦੇ ਵਿੱਚ ਬੱਚੇ ਨੇ, ਠੀਕ ਹੈ। ਸੋ ਇਹ ਥੋੜਾ ਜਿਹਾ ਫਰਕ ਹੁੰਦਾ ਇਹਦੇ ਵਿੱਚ। The accused had a lawyer to defend him। accused ਹੁੰਦਾ ਦੋਸ਼ੀ, ਜਿਹਦੇ ਤੇ ਦੋਸ਼ ਲੱਗਿਆ ਹੈ, ਦੋਸ਼ੀ, ਉਸਦੇ ਕੋਲ ਇੱਕ ਲਾਇਰ ਸੀ ਜਿਹੜਾ ਉਹਨੂੰ ਡਿਫੈਂਡ ਕਰਨ ਲਈ, ਉਹਨੂੰ ਬਚਾਉਣ ਲਈ। the accused had a lawyer to defend him। next is attract and repel। ਇਹ ਤੁਸੀਂ ਬਹੁਤ ਸੁਣਿਆ ਹੋਏਗਾ, ਜਦੋਂ ਚੁੰਬਕ ਹੁੰਦੀ ਹੈ ਤਾਂ ਜਿਹੜੇ ਉਹਦੇ ਨੌਰਥ ਔਰ ਸਾਊਥ ਪੋਲਸ ਕੀ ਕਵਾਂਗੇ, ਧਰੁਵ ਕਵਾਂਗੇ ਨਾ, ਉਹ ਹੁੰਦੇ ਆ, ਉਹ ਇੱਕ ਦੂਜੇ ਨੂੰ ਅਟਰੈਕਟ ਕਰਦੇ, ਸੌਰੀ ਜੇ ਸੇਮ ਹੁੰਦੇ ਆ ਤਾਂ ਰਿਪੈਲ ਕਰਦੇ ਆ, ਜੇ ਅਲੱਗ-ਅਲੱਗ ਐਨਐਸ ਹੁੰਦਾ ਹੈ ਤਾਂ ਉਹ ਅਟਰੈਕਟ ਕਰਦੇ ਆ। ਸਾਰਿਆਂ ਨੂੰ ਪਤਾ ਹੈ ਗੱਲ, ਆਈ ਥਿੰਕ, ਕਿ ਜਿਹੜੀ ਚੁੰਬਕ ਹੈ ਅਗਰ ਉਹਦੇ ਸੇਮ ਪੋਲਸ ਹੋਣਗੇ ਤਾਂ ਉਹ ਰਿਪੈਲ ਕਰਨਗੇ, ਔਰ ਅਗਰ ਉਹਦੇ ਨੈਗੇਟਿਵ ਪੋਜ਼ਿਟਿਵ ਹੋਣਗੇ ਤਾਂ ਉਹ ਅਟਰੈਕਟ ਕਰਨਗੇ ਚੁੰਬਕ ਨੂੰ। ਹਾਂ ਪਤਾ ਹੈ, ਸਾਰਿਆਂ ਨੂੰ ਪਤਾ, ਵੈਰੀ ਗੁੱਡ। ਸੋ ਅਟਰੈਕਟ ਹੈ, there is now intense competition among schools to attract students। ਅੱਜ ਕੱਲ ਸਕੂਲਾਂ ਦੇ ਵਿੱਚ ਇੰਟੈਂਸ ਕੰਪੀਟੀਸ਼ਨ ਚੱਲ ਰਿਹਾ, ਇੰਟੈਂਸ ਮਤਲਬ ਬੜਾ ਗੰਭੀਰ ਉਹਨਾਂ ਦੇ ਵਿੱਚ ਮੁਕਾਬਲਾ ਚੱਲ ਰਿਹਾ ਬੱਚਿਆਂ ਨੂੰ ਅਟਰੈਕਟ ਕਰਨ ਲਈ। there is now intense competition, ਬੜਾ ਜ਼ਿਆਦਾ ਕੰਪੀਟੀਸ਼ਨ ਚੱਲ ਰਿਹਾ, ਇੰਟੈਂਸ ਕੰਪੀਟੀਸ਼ਨ ਚੱਲ ਰਿਹਾ ਸਕੂਲਾਂ ਦਾ ਆਪਸ ਵਿੱਚ ਬੱਚਿਆਂ ਨੂੰ ਅਟਰੈਕਟ ਕਰਨ ਲਈ। ਅਟਰੈਕਟ ਮੀਨਸ ਖਿੱਚਣਾ, and repel means ਧੱਕਾ ਦੇਣਾ। ਤੇ next example ਦੇ ਵਿੱਚ I have taken both of them। similar poles of magnets repel each other। pole ਦੇ ਜਿਹੜੇ similar ਹੁੰਦੇ ਆ, ਮੈਗਨੇਟ ਦੇ ਜਿਹੜੇ similar pole ਹੁੰਦੇ ਆ, ਦੋ pole ਹੁੰਦੇ ਆ north and south,
अगर तुसी नॉर्थ नॉर्थ इकट्ठा रख दोगे आमने सामने तो रिपेल करेंगे, एक दूसरे ਨੂੰ ਧੱਕਾ ਦੇਣਗੇ। जिन्हां बच्चों ਨੂੰ नहीं पता ਉਹ ਤੁਸੀਂ ਦੋ ਮੈਗਨੇਟਸ ਲੈ ਲੈਣਾ, ਚੁੰਬਕ ਲੈ ਲੈਣਾ, ਦੋ ਉਹਦੇ ਪੀਸਸ ਹੋਣਗੇ ਨਾ, ਉਹਨਾਂ ਨੂੰ ਆਮਣੇ ਸਾਹਮਣੇ ਰੱਖ ਕੇ ਦੇਖਣਾ। ਅਗਰ ਉਹ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਆ, ਨਾਲ ਚਿਪਕ ਜਾਂਦੇ ਆ, ਤਾਂ ਮਤਲਬ ਉਹ ਆਪੋਜ਼ਿਟ ਪੋਲਸ ਨੇ। ਔਰ ਅਗਰ ਸੇਮ ਹੋਣਗੇ ਤਾਂ ਉਹ ਰਿਪੈਲ ਕਰਨਗੇ। ਰਿਪੈਲ ਹੁੰਦਾ ਹੈ ਧੱਕਾ ਦੇਣਾ। ਸੋ ਸਿਮਿਲਰ ਪੋਲਸ ਆਫ ਮੈਗਨੇਟਸ ਰਿਪੈਲ ਈਚ ਅਦਰ एंड ऑपोजिट पोल्स हैं वो अट्रैक्ट करते हैं एक दूसरे ਨੂੰ अट्रैक्ट। हाँ, प्लस प्लस रिपेल ईच अदर, ठीक है। पॉजिटिव पॉजिटिव एक दूसरे ਨੂੰ रिपेल करते हैं, ठीक है। ओके, so we'll do idioms, but before that I would like to ask you if you have any questions or anything to discuss. We can do it now. बच्चे ਤੁਹਾਡਾ ਕੋਈ क्वेश्चन है ते दसो। We would wind up early. Meaning of accused, बच्चे accused ਹੁੰਦਾ ਹੈ ਦੋਸ਼ੀ, ਜਿਹਦੇ ਤੇ ਦੋਸ਼ ਲੱਗਿਆ, ਉਹਨੂੰ ਅਸੀਂ accused ਕਹਿੰਦੇ ਆ, ਹੈ ਨਾ। ਵੀ ਜਿਹਦੇ ਤੇ ਦੋਸ਼ ਲਗਾਇਆ ਜਾਂਦਾ ਨਾ ਉਹਨੂੰ accused ਕਹਿੰਦੇ ਆ, accused, ਠੀਕ ਹੈ, ਦੋਸ਼ੀ। ਓਕੇ, ਜਿਹਦੇ ਤੇ ਕਿਸੇ ਕੋਈ ਜੁਰਮ ਕਰਨ ਦਾ ਦੋਸ਼ ਲੱਗਿਆ। ਇੰਟੈਂਸ, ਬੱਚੇ ਇੰਟੈਂਸ ਹੁੰਦਾ ਹੈ ਬੜਾ ਗੰਭੀਰ, ਜਿਵੇਂ ਅਸੀਂ ਕਹਿੰਦੇ ਤੁਹਾਨੂੰ ਮਾਮਲੇ ਦੀ ਗੰਭੀਰਤਾ ਨਹੀਂ ਪਤਾ, ਯੂ ਡੋਂਟ ਨੋ ਦੀ ਇੰਟੈਂਸਿਟੀ ਆਫ ਦਿਸ ਮੈਟਰ। इंटेंस गंभीर या बहुत ज्यादा जिवें आपां कह दिंदे हैं ना। सो इंटेंस कंपटीशन बड़ा जोरदार, इंटेंस जोरदार, ठीक है। सेकंड स्लाइड, ओके, मैं तुहानूं शो कर दिंदी हां सेकंड स्लाइड। बेटा मैं ज्यादा नहीं करवा सकती, एक्चुअली स्टूडेंट्स बहुत घट ने। ते अगर तुहाडा कोई हुण यू हैव नाउ टाइम टू आस्क मी इफ यू हैव एनी डाउट्स फ्रॉम प्रीवियस स्लाइड्स और व्हाटएवर, यू कैन आस्क मी नाउ। This is the second one, I think we had 4 or 3. This is first slide and this is second. हाँ जी बच्चे, लास्ट भी दिखानी है। स्वीटनर भी रिपीट करा। ओके, स्वीटनर हुंदा है किसी चीज नू मिठा करन वाला। स्वीटनर मीन्स किसी चीज नू मिठा करन वाली चीज। स्वीट, स्वीटन, स्वीटनर्स। स्वीट हुंदा है मिठा, स्वीटन मिठा करना, ठीक है। हुण मैं मान लो चाह फिक्की बनाई तो मैं उन्हें मिठा किवें करांगी? आई विल ऐड सम शुगर टू इट। सो शुगर की है? इट्स अ स्वीटनर, मिठा करन वाला। शुगर इज अ स्वीटनर, ठीक है। अगर कोई आर्टिफिशियल स्वीटनर है, इहदा मतलब उहदे अंदर अपने अंदर मिठास नहीं है, तुसी उहनूं मिठा कर रहे हो। फॉर एग्जांपल जूस है, जूस दे विच अगर नैचुरल स्वीटनर्स ने, दैट मीन्स जिवें ऑरेंज जूस तुसी घर बनाया वो नैचुरली स्वीट है, ठीक है। बट अगर उहनूं मिठा कीता गया है, इहदा मतलब उहदे अंदर उहदी अपने नैचुरल स्वीटनर नहीं है, उहदे विच स्वीटनर पाया गया है। जिवें मैं तुहानूं दस्सिया सीगा, जिहड़े लोग चीनी नहीं खा सकदे उहनां दे लई शुगर फ्री है। वो की है? आर्टिफिशियल स्वीटनर है, वो नैचुरल नहीं है, कुदरती स्वीटनर नहीं है, वो आर्टिफिशियल स्वीटनर है, बनावटी तौर पे मिठा करन वाला है। ਉਹਦੇ ਵਿੱਚ ਸੈਕਰੀਨ ਪਾਈ ਹੁੰਦੀ ਹੈ, आई डोंट नो ਉਹਦੇ ਵਿੱਚ ਕੀ ਪਾਇਆ ਹੁੰਦਾ ਹੈ, ਉਹ ਨੈਚੁਰਲ ਨਹੀਂ ਹੈ। ਹੁਣ ਜਿਵੇਂ ਚੀਨੀ ਕੀ ਹੈ, ਸੌਰੀ ਗੁੜ ਕੀ ਹੈ, ਇਹ ਨੈਚੁਰਲ ਹੈ, ਨੈਚੁਰਲ ਸਵੀਟਨਰ ਹੈ ਨਾ। ਇਹਦੇ ਵਿੱਚ ਕੁਝ ਆਰਟੀਫੀਸ਼ੀਅਲੀ ਕੁਝ ਕੀਤਾ ਨਹੀਂ ਹੁੰਦਾ, दैट इज अ स्वीटनर। समझ गए जयमनदीप सिंह? ਇਹਦੇ ਬਾਰੇ ਕੁਝ ਹੋਰ ਪੁੱਛਣਾ ਹੈ? ठीक है। सो दिस इज द थर्ड स्लाइड। आजकल जिवें तुसी मार्केट चों जो भी बाय करदे हो ना जूसेस वगैरह, हाँ जैगरी गुड़ हुंदा है, वेरी गुड, जैगरी इज गुड, यस। चीनी नूं आपां नैचुरल कह सकते हैं पर ज्यादा नहीं कह सकते, क्योंकि चीनी दे उत्ते बहुत प्रोसैसिंग हुंदी है, ਉਹਦੇ ਵਿੱਚ सल्फर ऐड कीती जांदी है ते ਉਹਦੇ ਵਿੱਚੋਂ ਉਹਦੇ ਚੋਂ chemicals पाए जाते हैं। सो इट्स नॉट अ नेचुरल स्वीटनर, रादर जैगरी इज अ नेचुरल स्वीटनर। नेचुरल है स्वीटनर ही है, मिठा करने वाला ही है, बट नेचुरल और आर्टिफिशियल दे विच डिफरेंस समझो। आर्टिफिशियल मीन्स बनावटी तौर पे मिठा करने वाला पदार्थ, नेचुरल स्वीटनर मतलब कुदरती तौर पे मिठा करने वाला पदार्थ, ठीक है ना। हुण मान लो तुसी किसे जिवें रोटी दे विच तुसी, अच्छा रिपेल दा सेंटेंस, ओके वो भी कर दिया, ओके है ना। तुसी चपाती दे विच
ਮੰਨ ਲਓ ਤੁਸੀਂ ਗੁੜ ਪਾ ਦਿੱਤਾ ਜਾਂ ਗੰਨੇ ਦਾ ਜੂਸ ਤੇ ਰਾਈਸ ਬਣਾਏ ਆਪਾਂ, ਗੰਨੇ ਦਾ ਜੂਸ ਹੈ ਨਾ, ਉਹ ਤੇ ਚਾਵਲ ਬਣਾਏ ਜਾਂਦੇ ਬਹੁਤ ਵਧੀਆ ਬਣਦੇ ਆ। ਸੋ ਕੀ ਇਹ ਨੈਚੁਰਲ ਸਵੀਟਨਰ ਹੈ ਸਵੀਟਨਰ, ਅਸੀਂ ਮਿੱਠਾ ਕੀਤਾ ਬਟ ਉਹ ਨੈਚੁਰਲ ਹੈ। ਆਰਟੀਫਿਸ਼ੀਅਲ ਮਤਲਬ ਅਸੀਂ ਉਹਦੇ ਵਿੱਚ ਆਰਟੀਫਿਸ਼ੀਅਲ ਕੋਈ ਉਹ ਪਾਇਆ, ਸੈਕਰੀਨ ਪਾਤੀ, ਜਿਵੇਂ ਤੁਸੀਂ ਬਾਹਰ ਜੂਸਿਸ ਪੀਓਗੇ ਨਾ ਉਹ ਸੈਕਰੀਨ ਪਾ ਦਿੰਦੇ ਆ ਵਿੱਚ ਨੇ। ਸੈਕਰੀਨ ਕੀ ਹੁੰਦੀ ਹੈ, ਬਹੁਤ ਥੋੜਾ ਜਿਹਾ ਮਿੱਠਾ ਹੁੰਦਾ ਪਰ ਉਹਦੇ ਨਾਲ ਬਹੁਤ ਸਾਰਾ ਜਿਵੇਂ ਹੈ ਚੀਜ਼ ਮਿੱਠੀ ਹੋ ਜਾਂਦੀ ਹੈ, ਐਂਡ that is very harmful for your health. Okay. ਹਾਂਜੀ ਰਵਨੀਤ ਕੌਰ, ਕੋਈ ਕੁਐਸਚਨ ਹੈ ਤੁਹਾਡਾ ਬੇਟੇ? Okay, we should move to next. Okay, next we'll do a few idioms. First is to be alive and kicking. Alive and kicking. Be ਦਾ ਮਤਲਬ ਹੋਣਾ, alive and kicking ਹੋਣਾ, be alive and kicking। ਇਹਦਾ ਮਤਲਬ ਹੁੰਦਾ ਹੈ ਬਹੁਤ ਵਧੀਆ ਤਰੀਕੇ ਨਾਲ, ਮਤਲਬ ਜ਼ਿੰਦਾ ਵੀ ਹੋਣਾ ਤੇ ਬੜੇ ਐਕਟਿਵ ਵੀ ਹੋਣਾ। ਜਿਵੇਂ ਅਸੀਂ ਕਿਹਾ my grandmother is 80 but she is still alive and kicking। ਮੇਰੀ grandmother ਹੈ 80 ਜਾਂ 90 years ਦੇ ਹੋ ਗਏ but she is alive and kicking। ਉਹ ਜ਼ਿੰਦਾ ਵੀ ਹੈ ਤੇ ਬੜੀ એનર્ਜੀ ਦੇ ਵਿੱਚ ਵੀ ਹੈ। ਇਹ ਨਹੀਂ ਹੈ ਕਿ ਉਹ ਬਿਮਾਰ ਨੇ ਜਾਂ ਕੁਝ ਹੈ। ਸੋ ਉੱਥੇ ਅਸੀਂ ਉਹਨੂੰ alive and kicking ਕਵਾਂਗੇ। ਜਿਵੇਂ ਮੰਨ ਲਓ ਮੈਂ ਕਿਹਾ last week I had seen him, he was alive and kicking। ਮੰਨ ਲਓ ਤੁਹਾਨੂੰ ਕਿਸੇ ਦਾ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ, ਆਪਾਂ ਕਹਿੰਦੇ ਨਹੀਂ ਕਿ last week I had seen him and he was alive and kicking। ਉਹ ਤਾਂ ਬਿਲਕੁਲ ਐਨ ਫਿਟ ਐਂਡ ਫਾਈਨ ਸੀ, ਠੀਕ ਹੈ। ਸੋ that is to be alive and kicking। My grandmother is alive and kicking। ਇਹਨੂੰ alive ਬੋਲਣਾ ਹੈ। ਮੇਰੇ grandmother ਜਿਹੜੇ ਆ ਉਹ ਬਿਲਕੁਲ ਚੁਸਤ ਦਰੁਸਤ ਨੇ। ਆਪਾਂ ਇਹ ਨਹੀਂ ਇਹਦਾ ਕਹਿਣਾ ਕਿ ਮੇਰੇ grandmother ਜ਼ਿੰਦਾ ਨੇ ਤੇ ਚੁਸਤ, ਇਹ ਆਪਾਂ ਏਦਾਂ ਇਕੱਠਾ ਯੂਜ਼ ਕਰਦੇ ਆ। ਮਤਲਬ ਜਿਵੇਂ ਕੋਈ ਤੁਹਾਨੂੰ ਪੁੱਛੇ ਕਿ ਤੁਹਾਡੇ grandmother ਹੈਗੇ ਆ, yes she is there and she is alive and kicking, ਉਹ ਬਿਲਕੁਲ fit and fine ਹੈ, ਠੀਕ ਹੈ। so my grandmother is alive and kicking। ਅੱਛਾ ਤੁਹਾਨੂੰ ਸਕਰੀਨ ਨਹੀਂ ਸ਼ੋ ਹੋ ਰਹੀ ਬੇਟਾ, ਬਾਕੀਆਂ ਨੂੰ ਸਕਰੀਨ ਸ਼ੋ ਹੋ ਰਹੀ ਹੈ? Is my screen visible to all of you? ਹਾਂ ਬਾਕੀਆਂ ਨੂੰ ਹੋ ਰਹੀ ਹੈ। ਜੈਮਨਦੀਪ ਸਿੰਘ ਬਾਕੀਆਂ ਨੂੰ ਹੋ ਰਹੀ ਹੈ ਬੇਟੇ, ਤੁਹਾਨੂੰ ਤੁਹਾਡੇ ਕੋਈ ਹੋਰ ਪ੍ਰੋਬਲਮ ਹੋਏਗੀ? ਠੀਕ ਹੈ। ਨੈਕਸਟ ਇਜ਼ be alive with। be alive with ਦਾ ਮਤਲਬ ਹੁੰਦਾ ਭਰੇ ਹੋਣਾ ਕਿਸੇ ਏਦਾਂ ਦੀ ਚੀਜ਼ ਨਾਲ ਜੋ ਚੀਜ਼ ਤੁਰਦੀ ਹੋਵੇ। ਫॉर एग्जांपल don't sit there, the grass is alive with ants। ਉੱਥੇ ਨਾ ਬੈਠੋ, ਗ੍ਰਾਸ ਵਿੱਚ ਐਂਟਸ ਭਰੀਆਂ ਪਈਆਂ ਨੇ। ਸੋ ਅਲਾਈਵ ਵਿਦ ਸਮਥਿੰਗ ਅਗਰ ਹੋਵੇ ਤਾਂ ਇਹਦਾ ਮਤਲਬ ਹੈ ਕਿਸੇ ਚੀਜ਼ ਦਾ ਭਰੇ ਹੋਣਾ ਕਿ ਉਹ ਮੂਵ ਕਰ ਰਹੀ ਹੈ ਨਾ। ਆਪਾਂ ਕਹਿੰਦੇ ਉੱਥੇ ਨਾ ਬੈਠੋ, ਉੱਥੇ ਤਾਂ ਮਸਕੀਟੋਸ ਭਰੇ ਪਏ ਆ, ਉੱਥੇ ਕੀੜੀਆਂ ਭਰੀਆਂ ਪਈਆਂ। ਸੋ ਭਰੇ ਪਏ ਹੋਣਾ, ਬੀ ਅਲਾਈਵ ਵਿਦ। ਬੱਚੇ ਬੀ ਦਾ ਮਤਲਬ ਹੋਣਾ। ਅਗਰ ਆਪਾਂ ਸੈਂਟੈਂਸ ਦੇ ਵਿੱਚ ਕਰਾਂਗੇ ਤਾਂ ਇਜ਼ ਜਾਂ ਵਾਜ਼ ਲਗਾਵਾਂਗੇ, ਬਟ ਅਗਰ ਆਪਾਂ ਹੋਣਾ ਕਹਿੰਦੇ ਆ ਨਾ ਜਦੋਂ ਹੋਣਾ, ਤਾਂ ਉੱਥੇ ਅਸੀਂ ਬੀ ਲਗਾਉਂਦੇ ਹੁੰਦੇ ਆ। ਹੋ ਸਕਦਾ ਹੈ ਕੁਐਸਚਨ ਬੱਚਿਆਂ ਦੇ ਦਿਮਾਗ 'ਚ ਆਇਆ ਹੋਏਗਾ ਬਟ ਕਿਸੇ ਨੇ ਮੈਨੂੰ ਪੁੱਛਿਆ ਨਹੀਂ। ਬੀ ਅਲਾਈਵ ਐਂਡ ਕਿਕਿੰਗ, ਜਿਵੇਂ ਅਸੀਂ ਪੰਜਾਬੀ 'ਚ ਨਹੀਂ ਕਹਿੰਦੇ ਇਟ ਕੁੱਤੇ ਦਾ ਵੈਰ ਹੋਣਾ, ਹੋਣਾ ਮੇਰੇ ਉਹਦੇ ਵਿੱਚ ਗੁਆਂਢੀਆਂ ਦੇ ਵਿੱਚ ਇਟ ਕੁੱਤੇ ਦਾ ਵੈਰ ਹੈ, ਉੱਥੇ ਤੁਸੀਂ ਹੈ ਕਹਿੰਦੇ ਹੋ ਬਟ ਜਦੋਂ ਤੁਸੀਂ ਉਹ ਲਿਖਦੇ ਹੋ ਤਾਂ ਆਪਾਂ ਕਹਿੰਦੇ ਨਾ ਇਟ ਕੁੱਤੇ ਦਾ ਵੈਰ ਹੋਣਾ, ਠੀਕ ਹੈ। ਜਿੱਥੇ ਹੋਣਾ ਵਰਡ ਆ ਜਾਏ ਨਾ ਉੱਥੇ ਬੀ ਲੱਗਦਾ, ਬੀ। और जिथे है और आंदा है उथे इज या वाज, है या सी, है ना। माय ग्रैंडमदर फिर उथे बी अलाइव नहीं आएगा, है इज अलाइव एंड किकिंग। सो प्लीज कीप दिस थिंग इन माइंड, कई बार ये चीज कंफ्यूज कर देती है ना। सो बी अलाइव विद भरे होना, डोंट सिट देयर। हुन द ग्रास इज, हुन इथे ਅਸੀਂ ਕੀ ਲਗਾਇਆ इज, बी नहीं लगावांगे। हालांकि मतलब दोनों ਦਾ सेम है, होना ते है, लेकिन होना be alive with ਭਰੇ ਹੋਣਾ। the grass is alive with ants। ਇਹ grass ਦੇ ਵਿੱਚ ants ਨਹੀਂ ਨੇ ਕੀੜੀਆਂ, ants, ਇਹਨੂੰ ants ਬੋਲਣਾ ਹੈ। AUNT aunt, ਸਾਡੀ ਆਂਟੀ ਜਿਹਨੂੰ ਆਪਾਂ ਕਹਿੰਦੇ ਆ, AUNT aunt, ANT ant, ant, A says a, है ना।
ਅਸੀਂ ਬੱਚਿਆਂ ਨੂੰ ਸਿਖਾਉਂਦੇ ਆ, ਉਹਦੇ ਵਿੱਚ ਫੋਨਿਕ ਸਿਖਾਉਂਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਆ A says ant, A says alligator, ਸੋ ਇਹ ਹੈ ants ਬੋਲਣਾ ਹੈ, ਠੀਕ ਹੈ। Don't sit there, the grass is alive with ants, ਉੱਥੇ ਨਾ ਬੈਠੋ, ਘਾਹ ਜਿਹੜੀ ਹੈ ਉਹਦੇ ਨਾਲ ants ਨਾਲ ਭਰੀ ਪਈ ਹੈ। So be alive with means ਭਰੇ ਹੋਣਾ। Next is all in all। all in all ਦਾ ਮਤਲਬ ਹੁੰਦਾ ਹੈ, ਜਿਵੇਂ ਅਸੀਂ ਕਹਿੰਦੇ ਆ all in all I can say the party was a success, ਮੋਟੇ ਮੋਟੇ ਤੌਰ ਤੇ all in all, ਹੈ ਨਾ। ਜਿਵੇਂ ਇਹ ਅਸੀਂ ਕਿੱਦਾਂ ਯੂਜ਼ ਕਰਦੇ ਆ, ਸਪੋਜ਼ ਕੋਈ ਪਾਰਟੀ ਸੀ, ਤੁਸੀਂ ਕੋਈ ਪਾਰਟੀ ਆਰਗੇਨਾਈਜ਼ ਕੀਤੀ ਸਭ ਮਿਲਾ ਕੇ, ਕੁੱਲ ਮਿਲਾ ਕੇ, ਯੈਸ ਵੈਰੀ ਗੁੱਡ, ਹਾਂ ਕੁੱਲ ਮਿਲਾ ਕੇ all in all ਮਤਲਬ ਕੁੱਲ ਮਿਲਾ ਕੇ। ਮੰਨ ਲਓ ਤੁਸੀਂ ਮਤਲਬ ਐਂਡ ਤੇ ਆ ਕੇ ਕਿਸੇ ਚੀਜ਼ ਦਾ ਨਿਚੋੜ ਕੱਢਦੇ ਹੁੰਦੇ ਹੋ ਨਾ, ਮੰਨ ਲਓ ਤੁਹਾਡੀ ਪਾਰਟੀ ਸੀ, ਤੁਸੀਂ ਆਰਗੇਨਾਈਜ਼ ਕੀਤੀ, ਉਹਦੇ ਵਿੱਚ 2-4 ਗਲਤੀਆਂ ਵੀ ਰਹਿ ਗਈਆਂ ਬਟ ਬਹੁਤ ਕੁਝ ਉੱਥੇ ਵਧੀਆ ਹੋ ਗਿਆ, ਤਾਂ ਤੁਸੀਂ ਕਹਿੰਦੇ ਕੁੱਲ ਮਿਲਾ ਕੇ ਜਿਹੜੀ ਪਾਰਟੀ ਸੀ ਉਹ ਬੜੀ ਵਧੀਆ ਰਹੀ, ਕੁੱਲ ਮਿਲਾ ਕੇ ਬਹੁਤ ਵਧੀਆ ਰਹੀ। ਛੋਟੀ ਮੋਟੀ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਬਟ all in all ਇੱਕ ਫਰੇਜ਼ ਹੈ ਬੱਚੇ, all in all ਫਰੇਜ਼ ਹੈ, ਹਾਂਜੀ ਫਰੇਜ਼ ਹੈ, ਈਡੀਅਮ ਵੀ ਹੈ, ਠੀਕ ਹੈ। ਫਰੇਜ਼ਸ ਵੀ ਇੱਕ ਬੱਚੇ, ਈਡੀਅਮਸ ਵੀ ਉਹੀ ਹੁੰਦੇ ਨਾ, ਈਡੀਅਮਸ ਆਰ ਲਾਈਕ ਫਰੇਜ਼ਸ। ਫਰੇਜ਼ ਦਾ ਮਤਲਬ ਹੁੰਦਾ ਹੈ ਕਿ ਸ਼ਬਦਾਂ ਦਾ ਜੋੜ ਜਿਹੜੇ ਕਿ ਪੂਰੀ ਸੈਂਸ ਨਹੀਂ ਬਣਦੇ, ਠੀਕ ਹੈ, ਹਾਂ ਬਿਲਕੁਲ ਫਰੇਜ਼ ਹੈ ਜੀ, ਠੀਕ ਹੈ। ਸੋ all in all ਮੋਟੇ ਮੋਟੇ ਕੁੱਲ ਮਿਲਾ ਕੇ ਮੈਂ ਕਹਿ ਸਕਦੀ ਹਾਂ ਕਿ the visit was, I think we can say the visit, ਜਿਹੜੀ ਅਸੀਂ ਵਿਜ਼ਿਟ ਕੀਤੀ, ਅਸੀਂ ਜਿਸ ਜਗ੍ਹਾ ਤੇ ਗਏ, it was a success, ਇੱਕ ਸਫਲਤਾ ਸੀਗਾ, ਮਤਲਬ ਸਾਡੀ ਵਿਜ਼ਿਟ ਵਧੀਆ ਰਹੀ। ਅੱਛਾ ਮੈਨੂੰ ਹੁਣੇ ਯਾਦ ਆਇਆ, all in all ਦਾ ਇੱਕ ਹੋਰ ਮਤਲਬ ਵੀ ਹੁੰਦਾ ਹੈ, all in all ਹੁੰਦਾ ਜਿਵੇਂ ਅਸੀਂ ਕਿਹਾ ਵੀ ਪਾਰਟੀ ਵਿੱਚ ਤਾਂ ਉਹੀ ਸੀਗਾ, he was all in his sister's wedding, ਆਪਣੀ ਸਿਸਟਰ ਦੀ ਵੈਡਿੰਗ ਤੇ ਸਭ ਕੁਝ ਉਹੀ ਕਰ ਰਿਹਾ ਸੀ, he was all in all, ਆਪਾਂ ਕਹਿੰਦੇ ਨਾ ਉੱਥੇ ਬਸ ਉਹੀ ਉਹ ਛਾਇਆ ਹੋਇਆ ਸੀ, ਵੀ ਸਾਰੇ ਕੰਮ ਵੀ ਉਹੀ ਸੰਭਾਲ ਰਿਹਾ ਸੀ, ਗੈਸਟ ਨੂੰ ਵੀ ਉਹੀ ਦੇਖ ਰਿਹਾ ਸੀਗਾ, ਹਰ ਕਿਸੇ ਨੂੰ ਅਟੈਂਡ ਕਰ ਰਿਹਾ ਸੀਗਾ, ਹਰ ਕਿਸੇ ਦਾ ਧਿਆਨ ਰੱਖ ਰਿਹਾ ਸੀਗਾ, he was all in all। ਉੱਥੇ ਵੀ ਅਸੀਂ all in all ਯੂਜ਼ ਕਰਦੇ ਹਾਂ, so we use all in, ਮੈਨੂੰ ਹੁਣੇ ਹੀ ਧਿਆਨ ਆਇਆ, otherwise I would have written it here। so all in all has two meaning, ਇੱਕ ਹੁੰਦਾ ਕੁੱਲ ਮਿਲਾ ਕੇ, ਇੱਕ ਹੁੰਦਾ all in all ਮਤਲਬ ਪੂਰੇ ਤਰ੍ਹਾਂ ਛਾਏ ਹੋਣਾ ਵੀ ਅਸੀਂ ਕਹਿ ਸਕਦੇ, he was all in all in the party, ਠੀਕ ਹੈ। and next is all or nothing, ਜਾਂ ਤਾਂ ਸਾਰਾ completely or nothing, ਜਾਂ ਤਾਂ ਸਾਰਾ ਕੁਝ ਹੋਵੇ ਜਾਂ nothing, ਕੁਝ ਵੀ ਨਾ ਹੋਵੇ, so ਉਹਨੂੰ ਅਸੀਂ all or nothing ਕਹਿੰਦੇ ਆ। for example, he has an all or nothing approach to relationships, ਉਹਦੀ ਜਦੋਂ relationships ਦੀ ਗੱਲ ਕਰਦੇ ਆ ਨਾ, so ਉਹਦੀ ਕੀ ਅਪਰੋਚ ਹੈ, all or nothing, ਵੀ ਜਾਂ ਤਾਂ ਕਿਸੇ ਨਾਲ ਪੂਰੀ ਤਰ੍ਹਾਂ ਨਿਭਾਉਂਦਾ ਹੈ ਜਾਂ ਬਿਲਕੁਲ ਹੀ ਨਹੀਂ ਨਿਭਾਉਂਦਾ, ਹੈ ਨਾ। ਇੱਥੇ ਇੱਕ ਵਰਡ ਆਇਆ ਅਪਰੋਚ, so I should make this thing clear to you। ਇੱਕ ਅਪਰੋਚ ਦਾ ਮਤਲਬ ਹੁੰਦਾ ਹੈ ਪਹੁੰਚ, ਜਿਵੇਂ ਮੇਰੀ ਪ੍ਰਧਾਨ ਮੰਤਰੀ ਤੱਕ ਕੋਈ ਅਪਰੋਚ ਨਹੀਂ ਹੈ, ਕੋਈ ਪਹੁੰਚ ਨਹੀਂ ਹੈ, ਇੱਕ ਤਾਂ ਅਸੀਂ ਅਪਰੋਚ ਇਹਨੂੰ ਕਹਿੰਦੇ ਆ। ਇਹ ਧਿਆਨ ਨਾਲ ਸੁਣਨਾ, ਇਹ ਤੁਹਾਡੇ ਕਈ ਵਾਰ ਸਟੱਡੀ ਵੀ ਤੁਸੀਂ ਕਰਦੇ ਹੋ, ਉਹਦੇ ਵਿੱਚ ਆਪਣੇ ਹੁੰਦੀਆਂ ਅਪਰੋਚਸ ਹੁੰਦੀਆਂ ਨੇ, ਹੈ ਨਾ। ਤੇ ਇੱਕ ਤਾਂ ਅਪਰੋਚ ਦਾ ਮਤਲਬ ਜਿਵੇਂ ਮੈਂ ਕਿਹਾ ਵੀ ਮੇਰੀ ਉੱਥੇ ਪਹੁੰਚਣ ਲਈ ਨਾ, ਉੱਥੇ ਜੇ ਨੌਕਰੀ ਲੱਗਣੀ ਹੈ ਨਾ, ਤਾਂ ਤੁਹਾਨੂੰ ਕੋਈ ਅਪਰੋਚ ਚਾਹੀਦੀ ਹੈ, ਕਿਤੇ ਪਹੁੰਚ ਚਾਹੀਦੀ ਹੈ ਤੁਹਾਡੀ, ਇੱਕ ਤਾਂ ਹੋ ਗਿਆ। ਸੋ ਕੀਪ ਦੈਟ ਵਰਡ ਅਸਾਈਡ, ਉਹਨੂੰ ਸਾਈਡ ਤੇ ਰੱਖੋ। ਇੱਕ ਅਪਰੋਚ ਦਾ ਮਤਲਬ ਹੁੰਦਾ ਕੋਈ ਤਰੀਕਾ ਜਿਹਦੇ ਨਾਲ ਤੁਸੀਂ, ਹਾਂ ਇੱਕ ਤਾਂ ਹੋ ਗਿਆ ਬੱਚੇ ਪਹੁੰਚ, ਇੱਕ ਮੀਨਿੰਗ ਤਾਂ ਹੈ ਉਹਦੀ ਪਹੁੰਚ, ਉਹਨੂੰ ਤਾਂ ਤੁਸੀਂ ਸਾਈਡ ਤੇ ਕਰ ਦਿਓ। ਇੱਕ ਅਪਰੋਚ ਦਾ ਮਤਲਬ ਹੁੰਦਾ ਤੁਹਾਡਾ ਕਿਸੇ ਪ੍ਰੋਬਲਮ ਨੂੰ ਹੈਂਡਲ ਕਰਨ ਦਾ ਤਰੀਕਾ, ਉਹਨੂੰ ਵੀ ਅਪਰੋਚ ਕਹਿੰਦੇ ਆ ਅਸੀਂ। the way you handle some problem or the way you tackle any situation, that is also an approach। I'll give you an example। ਉਹਨੇ ਇਹ ਪ੍ਰੋਬਲਮ ਸੋਲਵ ਨਹੀਂ ਕਰਨੀ, ਉਹਦੀ ਨਾ ਪ੍ਰੋਬਲਮ ਦੇ ਪ੍ਰਤੀ ਬੜੀ ਨੈਗੇਟਿਵ ਅਪਰੋਚ ਹੈ, ਸਮਝ ਗਏ। ਮਤਲਬ ਅਪਰੋਚ ਦਾ ਮਤਲਬ ਹੁੰਦਾ ਉਹ ਤਰੀਕਾ ਜਿਹਦੇ ਨਾਲ, ਜਿਵੇਂ ਆਪਾਂ ਕਹਿੰਦੇ ਨਾ ਉਹਦੀ ਹਰ ਚੀਜ਼ ਲਈ ਇੱਕ ਪੋਜ਼ਿਟਿਵ ਅਪਰੋਚ ਹੁੰਦੀ ਹੈ। ਮਤਲਬ ਅਪਰੋਚ ਮਤਲਬ ਉਹਦਾ ਜਿਹੜਾ ਤਰੀਕਾ ਹੁੰਦਾ ਹੈ ਨਾ ਕੰਮ, ਪ੍ਰੋਬਲਮ ਨੂੰ ਸੋਲਵ ਕਰਨ ਦਾ, ਸਿਚੁਏਸ਼ਨਸ ਨੂੰ ਟੈਕਲ ਕਰਨ ਦਾ, ਉਹ ਬੜਾ ਪੋਜ਼ਿਟਿਵ ਹੁੰਦਾ ਹੈ। ਗੈਟਿੰਗ ਮੀ, ਕਿ ਹਰ ਚੀਜ਼ ਨੂੰ ਪੋਜ਼ਿਟਿਵ ਲੈਂਦਾ। ਆਪਾਂ ਕਹਿੰਦੇ ਆ ਉਹਦੀ ਹਰ ਚੀਜ਼ ਪ੍ਰਤੀ ਨੈਗੇਟਿਵ ਅਪਰੋਚ ਹੈ, ਠੀਕ ਹੈ। ਉਹ ਅਪਰੋਚ ਇੱਥੇ ਯੂਜ਼ ਹੋਇਆ ਕਿ ਉਹਦੀ ਜਿਹੜੀ ਰਿਲੇਸ਼ਨਸ਼ਿਪ ਦੇ ਵਿੱਚ ਅਪਰੋਚ ਹੈ ਨਾ, ਉਹ all or nothing ਹੈ। ਜਾਂ ਤਾਂ ਉਹ ਰਿਲੇਸ਼ਨਸ਼ਿਪ ਨੂੰ ਪੂਰੀ ਤਰੀਕੇ ਨਾਲ ਨਿਭਾਉਂਦਾ ਹੈ ਜਾਂ ਉਹ ਨਹੀਂ ਨਿਭਾਉਂਦਾ, ਉਹਨੂੰ ਅਸੀਂ all or nothing ਕਹਿੰਦੇ। ਆਈ ਥਿੰਕ ਸਮਝ ਗਏ ਹੋਗੇ, ਜਿਹਨੂੰ ਨਹੀਂ ਸਮਝ ਆਇਆ ਉਹ ਮੈਨੂੰ ਪੁੱਛ ਸਕਦੇ,
ठीक है। सो ओदी ਜਿਹੜੀ ਜਾਂ ਇੱਥੇ ਅਸੀਂ ਕੀ ਕਹਿ ਸਕਦੇ ਹਾਂ, he has all or nothing approach to ਕੋਈ ਵੀ ਤੁਸੀਂ ਲੈ ਸਕਦੇ ਹੋ, ਪ੍ਰੋਬਲਮਸ ਦੇ ਲਈ ਵੀ ਲੈ ਸਕਦੇ ਹੋ ਕਿ ਜਾਂ ਤਾਂ ਪ੍ਰੋਬਲਮ ਨੂੰ ਪੂਰੀ ਤਰ੍ਹਾਂ ਸੋਲਵ ਕਰੇਗਾ ਜਾਂ ਉਹ ਕਰੇਗਾ ਹੀ ਨਹੀਂ, ਠੀਕ ਹੈ ਨਾ। ਸੋ ਉਹਨੂੰ all or nothing ਕਹਿੰਦੇ ਆ, either complete or ਬਿਲਕੁਲ ਹੀ ਨਹੀਂ or nothing, ਠੀਕ ਹੈ। So if you have any doubts, you can ask me now. We'll do this thing only for today. ਅੱਜ ਅਸੀਂ ਇੱਥੇ ਤੱਕ ਹੀ ਕਰਾਂਗੇ। ਅਗਰ ਕਿਸੇ ਬੱਚੇ ਦਾ ਕੋਈ ਡਾਊਟ ਹੈ ਮੈਨੂੰ ਪੁੱਛ ਸਕਦੇ ਹੋ। Okay, no doubts. ਕਿਸੇ ਨੇ ਕੋਈ ਸਲਾਈਡ ਦੁਬਾਰਾ ਦੇਖਣੀ ਹੈ ਤਾਂ ਵੀ ਹੁਣ ਤਾਂ ਬੱਚੇ ਟਾਈਮ ਹੈ ਤੁਹਾਡੇ ਕੋਲ, ਜੇ ਕੁਝ ਪੁੱਛਣਾ ਹੈ ਤੁਸੀਂ ਹਾਂ ਪੁੱਛੋ ਜੀ। ਗੁੱਡ ਈਵਨਿੰਗ ਮੈਮ। ਗੁੱਡ ਈਵਨਿੰਗ ਬੱਚੇ। ਮੈਮ ਤੁਸੀਂ ਬੋਲਿਆ ਨਾ all or nothing। all or nothing, ਹਾਂਜੀ ਯੈਸ ਮੈਮ, ਇਹ ਤਾਂ ਆਪਾਂ ਬੋਲਿਆ ਮਤਲਬ ਕਿ ਉਹ ਜੇਕਰ ਮਤਲਬ ਰਿਲੇਸ਼ਨਸ਼ਿਪ ਵਿੱਚ ਏਦਾਂ ਕਰਦਾ, ਜੇਕਰ ਮੈਮ ਆਪਾਂ ਬੋਲਣਾ ਵੀ ਮੈਂ, ਫਿਰ ਕਿੱਦਾਂ ਬੋਲਾਂਗੇ ਆਪਾਂ? I have an all or nothing approach to relationships. I have ਲੱਗ ਜਾਏਗਾ, he ਨਾਲ has ਲੱਗਦਾ, I ਨਾਲ have ਲੱਗਦਾ, ਠੀਕ ਹੈ। ਓਕੇ ਮੈਮ, ਯੈਸ ਮੈਮ। ਹਾਂ, ਮੈਮ I have an all or nothing approach to, ਚਾਹੇ ਰਿਲੇਸ਼ਨਸ਼ਿਪ ਹੈ ਕੋਈ ਵੀ ਚੀਜ਼ ਹੈ, to anything, ਕਿ ਮੈਂ ਹਰ ਚੀਜ਼ ਨੂੰ ਅਪਰੋਚ ਟੂ ਸੋਲਵਿੰਗ ਦ ਪ੍ਰੋਬਲਮਸ ਵੀ ਹੋ ਸਕਦਾ ਹੈ ਕਿ ਜਾਂ ਤਾਂ ਮੈਂ ਪ੍ਰੋਬਲਮ ਨੂੰ ਫੜਦੀ ਨਹੀਂ, ਜੇ ਫੜਦੀ ਹਾਂ ਤਾਂ ਫਿਰ ਉਹਨੂੰ ਪੂਰਾ ਕਰਦੀ ਹਾਂ। ਇਹਦੇ ਸਾਰਾ ਕੁਝ ਆਪਣੇ ਆਪ ਹੀ ਆ ਗਿਆ, all or nothing approach, ਠੀਕ ਹੈ। ਓਕੇ ਮੈਮ। ਮੈਮ ਅਪਰੋਚ ਦਾ ਦੁਬਾਰਾ ਬੋਲਿਓ। ਹਾਂ ਬੱਚੇ, ਅਪਰੋਚ ਮਤਲਬ ਮੇਰਾ ਉਸ ਕਿਸੇ ਕੰਮ ਨੂੰ ਨਾ ਕਰਨ ਦਾ ਤਰੀਕਾ, ਉਹਨੂੰ ਵੀ ਅਪਰੋਚ ਕਹਿੰਦੇ ਆ। ਮਤਲਬ ਜਿਵੇਂ ਅਸੀਂ ਕਹਿੰਦੇ ਆ ਨਾ ਉਹਦੀ ਨਾ ਹਰ ਕੰਮ ਨੂੰ ਕਰਨ ਲਈ ਨੈਗੇਟਿਵ ਅਪਰੋਚ ਹੈ। ਯੈਸ ਮੈਮ। ਉਹਨੂੰ ਹਰ ਕੰਮ ਨੂੰ ਕਰਨ ਦੀ ਨੈਗੇਟਿਵ ਅਪਰੋਚ ਹੈ। ਅਪਰੋਚ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਅਸੀਂ ਕੀ ਕਹਿ ਸਕਦੇ ਹਾਂ ਕਿ ਵੀ ਜਦੋਂ ਅਗਰ ਮੰਨ ਲਓ ਤੁਸੀਂ ਕਿਸੇ ਸਿਚੁਏਸ਼ਨ 'ਚ ਫਸ ਜਾਂਦੇ ਹੋ ਤਾਂ ਉਸ ਸਿਚੁਏਸ਼ਨ ਨੂੰ ਕਰਨ ਦਾ ਤੁਹਾਡਾ ਤਰੀਕਾ ਕੀ ਹੁੰਦਾ ਹੈ, ਇੱਕ ਵੇ ਕੀ ਹੁੰਦਾ ਹੈ, ਇੱਕ ਪੈਸੇਜ ਕੀ ਹੁੰਦਾ ਹੈ, ਤੁਸੀਂ ਕੀ ਰਸਤਾ ਨਿਕਾਲਦੇ ਹੋ, ਤੁਹਾਡਾ ਕਿੱਦਾਂ ਦਾ ਬਿਹੇਵੀਅਰ ਹੁੰਦਾ ਉਸ ਤੇ, ਉਹਨੂੰ ਅਸੀਂ ਅਪਰੋਚ ਕਹਿ ਦਿੰਦੇ ਹੁੰਦੇ ਆ। ਅ ਮੈਨਰ ਇਨ ਵਿਚ ਯੂ ਸੋਲਵ ਐਨੀ ਪ੍ਰੋਬਲਮ, ਉਹ ਤਰੀਕਾ ਜਿਹਦੇ ਵਿੱਚ ਤੁਸੀਂ ਮੰਨ ਲਓ ਸੁਖਵੀਰ ਹੈ, ਸੁਖਵੀਰ ਕੌਰ, ਉਹ ਆਪਣੀ ਪ੍ਰੋਬਲਮ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਨਾ ਤਾਂ ਉਹਦੀ ਜਿਹੜੀ ਅਪਰੋਚ ਬੜੀ ਚੜ੍ਹਦੀ ਕਲਾ ਵਾਲੀ ਹੈ। Okay, she is always in high spirit, she has an high spirited approach to the problems. Yes ma'am, that is approach. Okay ma'am, ठीक है मैम। एक मैनर, हाँ जी मैम, जेडी दूसरी all in all दी एग्जांपल बोली सी वो दोबारा बोलियो। जिवें all in he was all in all, मैं की क्या सी in his sister's wedding, his sister's marriage, he was all in all in the party, ऐदा भी लिख सकते हो कि पार्टी विच बस वही होई सी। ओके मैम, है ना, हर को मतलब वही सारा किते नजर आ रहा सी, he was all in the party. ओके मैम। मैम एक तुसी ना प्लीज्ड दा बोलिया सी, I am pleased that you have a new job। Yeah, ਤੇ ਮੈਮ ਆਪਾਂ ਇਦਾਂ ਬੋਲ ਸਕਦੇ ਹਾਂ ਵੀ ਮਤਲਬ ਕਿ ਜੇਕਰ ਆਪਣੇ ਨਾਲ ਕੁਝ ਹੁੰਦਾ ਫਿਰ ਆਪਾਂ ਫਿਰ ਵੀ ਬੋਲ ਸਕਦੇ ਵੀ I am pleased। ਜੇ ਆਪਣੇ ਨਾਲ ਕੁਝ ਹੁੰਦਾ ਹੈ, ਹਾਂਜੀ, ਮਤਲਬ ਕਿ ਜੇਕਰ ਆਪਣੀ ਜੌਬ ਲੱਗਦੀ ਹੈ ਜਾਂ ਕੁਝ। हाँ हाँ बच्चे, आई एम प्लीज जो होंगे ना, प्लीज आप ज्यादातर यूज करना जो तुसी किसी चीज तो खुश हो, मतलब आई एम प्लीज्ड हाँ लगा सकते हो, आई एम प्लीज्ड दैट आई हैव गॉट अ न्यू जॉब, बट उत्थे ज्यादातर तुसी ज्यादा बोलते हो आई एम वेरी एक्साइटेड दैट आई हैव गॉट अ न्यू जॉब, आई एम वेरी हैप्पी, आई एम एक्सट्रीमली हैप्पी। ठीक है, प्लीज्ड भी लगा सकते हो, यस प्लीज्ड भी लगा सकते हो, पर ज्यादातर ਅਸੀਂ ਜਿਵੇਂ ਕਹਿੰਦੇ ਆ प्लीज टू मीट यू, ਤੁਹਾਨੂੰ ਮਿਲ ਕੇ ਖੁਸ਼ੀ ਹੋਈ, ਉਹਦਾ ਅਸੀਂ ਯੂਜ਼ ਕਰਦੇ ਆ। I am pleased. Yes, you can please, you can't please everyone. ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। Yes, ਖੁਸ਼ ਕਰਨਾ ਆਪਾਂ ਜਿਵੇਂ ਕਹਿ ਦਿੰਦੇ ਆ ਨਾ, ਠੀਕ ਹੈ, ਹਾਂ ਯੂਜ਼ ਵੀ ਕਰ ਸਕਦੇ ਹੋ, ਗਲਤ ਨਹੀਂ ਹੋਏਗਾ। ਓਕੇ ਮੈਮ, ਠੀਕ ਹੈ, ਓਕੇ, ਥੈਂਕ ਯੂ ਮੈਮ। ਓਕੇ ਜੀ। ਗਗਨਦੀਪ ਨੇ ਪੁੱਛਿਆ ਕੋਲਾਜ, ਬੱਚਾ व्हाट इज कोलाज, ਇਹ ਤੁਸੀਂ ਕੀ ਪੁੱਛ ਰਹੇ ਆ? COLLAGE, ਕਾਲਜ ਤਾਂ ਨਹੀਂ ਕਹਿਣਾ ਚਾਹੁੰਦੇ? ਕਾਲਜ ਦੀ ਸਪੈਲਿੰਗ ਹੈ COLLEGE, ਔਰ ਇਹ ਜਿਹੜੇ ਤੁਸੀਂ ਸਪੈਲਿੰਗ ਲਿਖਿਆ ਨਾ that is collage। ਕੋਲਾਜ ਹੁੰਦਾ ਹੈ ਜਦੋਂ ਤੁਸੀਂ ਬਹੁਤ ਸਾਰੇ ਪੇਪਰਸ ਨੂੰ ਫਾੜ ਕੇ ਕੋਲਾਜ ਬਣਾਉਂਦੇ ਹੁੰਦੇ ਹੋ, ਬਹੁਤ ਸਾਰੇ ਪਿਕਚਰਸ ਨੂੰ ਆਪਣੇ ਹੱਥ ਨਾਲ ਫਾੜ ਕੇ ਉਹਨਾਂ ਨੂੰ ਚਿਪਕਾਉਂਦੇ ਹੋ ਨਾ, ਉਹਨੂੰ ਕੋਲਾਜ ਕਹਿੰਦੇ ਆ, ਕੋਲਾਜ।
ਐਂਡ ਕਾਲਜ ਹੈ COLLEG। ਕੀ ਪੁੱਛਣਾ ਚਾਹੁੰਦੇ ਸੀ ਬੇਟੇ ਤੁਸੀਂ ਕੁਐਸਚਨ ਮਾਰਕ ਪਾਇਆ ਕੋਲਾਜ ਹੈ ਕਿ ਕਾਲਜ ਹੈ ਕੋਲਾਜ ਕੋਲਾਜ ਦਾ ਮਤਲਬ ਹੁੰਦਾ ਹੈ ਜੋ ਤੁਸੀਂ ਬਹੁਤ ਸਾਰੀਆਂ ਫੋਟੋਜ਼ ਦਾ ਜਾਂ ਪਿਕਚਰਸ ਦੀ ਕਲੈਕਸ਼ਨ ਕਰਦੇ ਹੋ ਉਹਨਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਨਾ ਕੀ ਕਿਹਾ ਜਾਂਦਾ ਕੋਲਾਜ ਬਣਾਓ ਕੋਈ ਟੌਪਿਕ ਦੇਤਾ ਮੰਨ ਲਓ ਉਹਨਾਂ ਨੂੰ ਕਿਹਾ ਕਿ ਭਾਰਤ ਦੇ ਪਿੰਡਾਂ ਦੇ ਉੱਤੇ ਕੋਲਾਜ ਬਣਾਓ ਤਾਂ ਤੁਹਾਨੂੰ ਭਾਰਤ ਦੇ ਪਿੰਡਾਂ ਦੀ ਕੋਈ ਵੀ ਤਸਵੀਰ ਮਿਲਦੀ ਹੈ ਤੁਸੀਂ ਕੀ ਕਰਨਾ ਅਖਬਾਰ ਚੋਂ ਮਿਲੀ ਨਿਊਜ਼ ਮੈਗਜ਼ੀਨ ਤੋਂ ਮਿਲੀ ਉਹਨੂੰ ਹੱਥ ਨਾਲ ਫਾੜ ਕੇ ਹੱਥ ਨਾਲ you don't have to use scissors ਤੁਸੀਂ ਨਹੀਂ ਯੂਜ਼ ਕਰ ਸਕਦੇ ਤੁਹਾਨੂੰ ਹੱਥ ਨਾਲ ਫਾੜ ਕੇ ਤੁਹਾਨੂੰ ਚਿਪਕਾਣਾ ਹੁੰਦਾ ਨੀਚੇ ਗੈਪ ਨਹੀਂ ਹੋਣਾ ਚਾਹੀਦਾ ਉਹ ਜਦੋਂ ਅਸੀਂ ਪੂਰੀ ਕੋ ਬਣਾ ਦਿੰਦੇ ਆ ਨਾ ਪਿਕਚਰ ਚਿਪਕਾ ਕੇ ਪੂਰੀ ਸ਼ੀਟ ਦੇ ਉੱਤੇ that is collage collage making ਤੁਸੀਂ ਕੀਤੀ ਹੋਏਗੀ ਹੱਥ ਨਾਲ ਪੇਪਰ ਨੂੰ ਫਾੜ ਕੇ ਕੁਝ ਬਣਾਇਆ ਹੈ ਨਾ what is the meaning of HOVA ਅੰਮ੍ਰਿਤਪਾਲ ਕੌਰ ਕੀ ਪੁੱਛਣਾ ਚਾਹੁੰਦੇ ਹੋ ਬੇਟੇ ਆਪਣਾ ਉਹ ਕਰੋ ਹੋਵਾ what is the meaning of hova ਇਹ ਬੱਚੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਅੰਮ੍ਰਿਤਪਾਲ ਕੌਰ ਜੇ ਆਪਣਾ ਮਾਈਕ ਔਨ ਕਰ ਦੋ ਤਾਂ so that is all for today we'll meet tomorrow same time again once again very happy Gurpurab to all of you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ